हाँ जी दोस्तों, 9वीं जमात वाਲਿਓ ਹੁਣ ਹੈ ਤੁਹਾਡਾ ਜਨਰਲ ਇੰਗਲਿਸ਼ ਦਾ ਪੇਪਰ। ਬਹੁਤ ਇੰਪੋਰਟੈਂਟ ਪੇਪਰ ਹੈ ਇਹ। ਚਲੋ ਆਪਾਂ ਇਹਨੂੰ A to Z ਸੋਲਵ ਕਰਦੇ ਹਾਂ। ਸੋ ਇਹਦੇ ਨਾਲ ਹੀ 2 ਪੇਪਰ ਹੋਰ ਹੈ। ਸੋ ਸਾਰੇ ਪੇਪਰ ਦੇਖ ਲਿਓ ਤਾਂ ਕਿ ਤੁਹਾਡੀ ਰਿਵੀਜ਼ਨ ਚੰਗੀ ਤਰ੍ਹਾਂ ਹੋ ਜਾਵੇ ਅਤੇ ਪੇਪਰ ਵਧੀਆ ਆ ਜਾਵੇ, ਭਾਵੇਂ ਜਿਹੜਾ ਮਰਜ਼ੀ ਪੇਪਰ ਆ ਜਾਵੇ। ਠੀਕ ਹੈ, ਸੋ ਇਹ ਪੇਪਰ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ। ਸੋ ਇਹਦਾ ਆਪਾਂ ਸੋਲਿਊਸ਼ਨ ਕਰਦੇ ਹਾਂ। ਲੈਟਸ ਸਟਾਰਟ। ਸੋ ਬੱਚਿਓ ਦੇਖੋ, 80 ਨੰਬਰ ਦਾ ਪੇਪਰ ਤੁਹਾਡਾ ਹੈਗਾ ਹੀ ਆ। ਸੋ 3 ਘੰਟੇ ਦਾ ਟਾਈਮ ਇਹ ਵੀ ਪਤਾ ਤੁਹਾਨੂੰ। ਸੋ ਦੇਖੋ ਬੱਚਿਓ, ਸਾਨੂੰ 2 ਪੈਰਾਗ੍ਰਾਫ ਦਿੱਤਾ ਹੋਣਾ ਹੈ 5-5 ਨੰਬਰ ਦਾ। ਉਹਦੇ ਵਿੱਚ ਪਹਿਲਾ ਜਿਹੜਾ ਪੈਰਾਗ੍ਰਾਫ ਦਿੱਤਾ ਹੋਇਆ ਹੈ ਉਹ ਦੇਖੋ, ਇਹਦੇ ਵਿੱਚ ਤੁਸੀਂ 5 ਕੁਐਸਚਨ ਲੱਭ ਕੇ ਇਹਨਾਂ ਦੇ ਆਨਸਰਸ ਦੇਣੇ ਆ। ਸੋ ਬੱਚਿਓ ਦੇਖੋ, ਜਿਹੜਾ ਪਹਿਲਾ ਪੈਰਾਗ੍ਰਾਫ ਜਿਹੜਾ ਦਿੱਤਾ ਹੋਇਆ ਨਾ, ਬਰੂਸ ਵਾਜ਼ ਏ ਬਰੇਵ ਕਿੰਗ, ਇਹ ਸਟੋਰੀ ਹੈ। ਇਹ ਸਟੋਰੀ ਹੈ, ਤੁਸੀਂ ਸੁਣੀ ਹੋਣੀ ਪਹਿਲਾਂ ਕਿ ਇੱਕ ਰਾਜਾ ਹੁੰਦਾ ਹੈ, ਜੰਗ ਵਿੱਚ ਹਾਰਨ ਲੱਗ ਪੈਂਦਾ, ਦੌੜ ਜਾਂਦਾ ਆਪਣੀ ਜਾਨ ਬਚਾ ਕੇ। ਠੀਕ ਹੈ, ਸੋ ਇੱਕ ਖੰਡਰ ਦੇ ਵਿੱਚ ਰੁਕ ਜਾਂਦਾ। ਉੱਥੇ ਉਹ ਦੇਖਦਾ ਕਿ ਇੱਕ ਸਪਾਈਡਰ ਬਾਰ-ਬਾਰ ਚੜ੍ਹ ਰਿਹਾ ਉੱਪਰ, ਪਰ ਡਿੱਗ ਜਾਂਦਾ ਹੈ। ਪਰ ਉਹ ਹਾਰ ਨਹੀਂ ਮੰਨਦਾ, ਬਾਰ-ਬਾਰ ਚੜ੍ਹਦਾ ਕੋਸ਼ਿਸ਼ ਕਰਕੇ ਇੱਕ ਵਾਰੀ ਚੜ੍ਹ ਹੀ ਜਾਂਦਾ। ਸੋ ਇਹਦੇ ਨਾਲ ਉਹ ਬਹੁਤ ਜ਼ਿਆਦਾ ਇਨਕਰੇਜ ਹੁੰਦਾ ਅਤੇ ਵਾਪਸ ਜਾਂਦਾ, ਫਿਰ ਆਪਣੀ ਆਰਮੀ ਇਕੱਠੀ ਕਰਕੇ ਲੜਦਾ ਆ ਅਤੇ ਜਿੱਤ ਜਾਂਦਾ ਹੈ। ਠੀਕ ਹੈ, ਸੋ ਇਹੀ ਹੈ ਸਟੋਰੀ। ਸੋ ਦੇਖੋ, ਇਹਦਾ ਆਨਸਰਸ ਦੇਖ ਲੈਂਦੇ ਹਾਂ ਆਪਾਂ। ਸੋ ਦੇਖੋ ਬੱਚਿਓ, ਫਸਟ ਪ੍ਰਸ਼ਨ ਹੈ ਕਿ ਕਿੰਗ ਬਰੂਸ ਵਾਜ਼ ਅ ਡਿਫੀਟ ਐਜ਼ ਹੀ ਹੈਡ ਟੂ ਫਾਈਟ। ਠੀਕ ਹੈ, ਕਹਿੰਦੇ ਅਗੇਂਸਟ ਏ ਫਿਊ ਸੋਲਜਰ, ਅਗੇਂਸਟ ਏ ਲਾਰਜ ਆਰਮੀ, ਫੋਰ ਏ ਲਾਰਜ ਆਰਮੀ ਦੇ ਲਈ ਤਾਂ ਨਹੀਂ ਲੜ ਰਿਹਾ ਸੀ। ਠੀਕ ਹੈ, ਘੱਟ ਬੰਦੇ ਵੀ ਨਹੀਂ ਸੀਗੇ। ਅਗੇਂਸਟ ਏ ਲਾਰਜ ਆਰਮੀ ਮਤਲਬ ਬਹੁਤ ਸਾਰੇ ਆਰਮੀ ਸੀ, ਉਹਨਾਂ ਦੇ ਖਿਲਾਫ ਲੜ ਰਿਹਾ ਸੀਗਾ। ਠੀਕ ਹੈ, ਤਾਂ ਕਰਕੇ ਉਹ ਡਿਫੀਟ ਹੋ ਗਿਆ। ਸੋ ਨੈਕਸਟ ਕੁਐਸਚਨ ਬੱਚਿਓ, ਸੈਕਿੰਡ ਜਿਹੜਾ ਹੈਗਾ ਕਿ ਬਰੂਸ ਟੁੱਕ ਸ਼ੈਲਟਰ ਇਨ ਏ ਫੋਰੈਸਟ ਕੇਵ ਬਿਕੋਜ਼, ਉਹਨੇ ਕਿਉਂ ਉੱਥੇ ਲੁਕਿਆ। ਠੀਕ ਹੈ, ਕਿਉਂਕਿ ਆਪਸ਼ਨ ਹੈ ਕਿ ਹੀ ਹੈਡ ਟੂ ਵਰਸ਼ਿਪ, ਸੀ ਹੀ ਵਾਜ਼ ਲੁਕਿੰਗ ਫॉर ਸਮਵਨ, ਹੀ ਹੈਡ ਟੂ ਸੇਵ ਹਿਜ਼ ਲਾਈਫ। ਠੀਕ ਹੈ, ਉਹ ਆਪਣਾ ਲਾਈਫ ਬਚਾ ਰਿਹਾ ਸੀ, ਜਾਨ ਬਚਾਉਣ ਲਈ ਉੱਥੇ ਲੁਕ ਗਿਆ ਸੀ। ਸੋ ਬੀ ਆਪਸ਼ਨ ਇਜ਼ ਰਾਈਟ। ਠੀਕ ਹੈ, ਹੀ ਹੈਡ ਬੀਨ ਔਨ ਟੂਰ ਤੇ ਥੋੜ੍ਹੀ ਨਹੀਂ ਸੀਗਾ। ਸੋ ਬੀ ਆਪਸ਼ਨ ਰਾਈਟ ਆਉਣਾ ਹੈ। ਓਕੇ, ਸੋ ਥਰਡ ਦੇਖੋ ਬੱਚਿਓ, ਥਰਡ ਹੈਗਾ ਕਿ ਵਟ ਹੈਪਨ ਐਜ਼ ਦ ਸਪਾਈਡਰ ਫੈਲ ਡਾਊਨ, ਜਦੋਂ ਮੱਕੜੀ ਥੱਲੇ ਡਿੱਗ ਗਿਆ ਅਤੇ ਕੀ ਹੋਇਆ। ਠੀਕ ਹੈ, ਸੋ ਆਪਸ਼ਨ ਹੈ ਕਿ ਸਪਾਈਡਰ ਕੰਟੀਨਿਊ ਹਿਜ਼ ਪ੍ਰੈਕਟਿਸ। ਠੀਕ ਹੈ, ਆਪਸ਼ਨ ਨਹੀਂ ਆਏਗਾ ਕਿ ਉਹ ਦੁਬਾਰਾ ਪ੍ਰੈਕਟਿਸ ਕਰਨ ਲੱਗ ਪਈ। ਬਾਕੀ ਆਪਸ਼ਨ ਦੇਖੋ ਕਿ ਸਪਾਈਡਰ ਵੈਂਟ ਅਨਦਰ ਪਲੇਸ, ਤਾਂ ਨਹੀਂ ਗਿਆ, ਕਿਤੇ ਹੋਰ ਤਾਂ ਨਹੀਂ ਗਿਆ। ਸੋ ਸਪਾਈਡਰ ਡਿਡਨਟ ਟੇਕ ਇੰਟਰਸਟ, ਉਹ ਇੰਟਰਸਟ ਨਹੀਂ ਲਿਆ ਵੀ ਨਹੀਂ ਸੀਗਾ। ਸੋ ਸਪਾਈਡਰ ਗੇਵ ਅਪ, ਇਹ ਵੀ ਨਹੀਂ ਸੀ ਹੈ ਨਾ। ਸੋ ਸਪਾਈਡਰ ਨੇ ਕੀ ਕੀਤਾ, ਦੁਬਾਰਾ ਕੰਟੀਨਿਊ ਕੀਤਾ ਉਹੀ ਪ੍ਰੈਕਟਿਸ ਕਰਨਾ। ਸੋ ਇਹ ਆਪਸ਼ਨ ਰਾਈਟ ਆਏਗਾ ਇਹਦਾ, ਹੈ ਨਾ। ਉਸ ਤੋਂ ਬਾਅਦ ਬੱਚਿਓ ਫੋਰਥ ਹੈਗਾ ਕਿ ਵਟ ਡਿਡ ਬਰੂਸ ਡੂ ਆਫਟਰ ਸੀਇੰਗ ਦ ਐਕਟੀਵਿਟੀ ਆਫ ਸਪਾਈਡਰ, ਉਹ ਦੇਖ ਕੇ ਸਪਾਈਡਰ ਦਾ ਐਕਟੀਵਿਟੀ ਨੂੰ, ਠੀਕ ਹੈ, ਕੀ ਕੀਤਾ ਉਹਨੇ। ਉਹ ਵਾਪਸ ਗਿਆ, ਲੜਾਈ ਕੀਤੀ ਅਤੇ ਜਿੱਤ ਗਿਆ, ਹੈ ਨਾ। ਸੋ ਆਪਸ਼ਨਸ ਦੇਖੋ ਕੀ ਹੈ ਕਿ ਹੀ ਕੰਟੀਨਿਊ ਹਿਜ਼ ਫਾਈਟ, ਬਿਲਕੁਲ ਠੀਕ ਹੈ। ਬਾਕੀ ਆਪਸ਼ਨ ਹੈਗਾ ਇੱਕ ਇਹ ਹੀ ਟੁਕ ਰੈਸਟ, ਨਹੀਂ ਆਏਗਾ। ਹੀ ਜੁਆਇਨ ਲਾਰਜ ਆਰਮੀ, ਇਹ ਵੀ ਨਹੀਂ ਆਏਗਾ। ਹੀ ਸਰੈਂਡਰ ਵੀ ਨਹੀਂ ਆਏਗਾ। ਸੋ ਇਹ ਆਪਸ਼ਨ ਇਜ਼ ਰਾਈਟ ਹੈ ਕਿ ਉਹ ਹੀ ਕੰਟੀਨਿਊ ਹਿਜ਼ ਫਾਈਟ। ਠੀਕ ਹੈ, ਉਹ ਵਾਪਸ ਗਿਆ ਅਤੇ ਲੜਿਆ ਆਪਣੀ ਫਾਈਟ। ਉਸ ਤੋਂ ਬਾਅਦ ਬੱਚੇ ਪੰਜਵਾਂ ਹੈਗਾ ਦ ਐਕਸ਼ਨ ਆਫ ਸਪਾਈਡਰ ਡੈਸ਼। ਠੀਕ ਹੈ, ਉਹ ਸਪਾਈਡਰ ਦੇ ਜਿਹੜੇ ਕੰਮ ਨੇ ਕੀ ਕੀਤਾ, ਰਾਜੇ ਨੂੰ ਡਿਪਰੈਸ ਕੀਤਾ, ਨਹੀਂ ਇਨਕਰੇਜ ਕੀਤਾ। ਠੀਕ ਹੈ, ਸੋ ਬੀ ਆਪਸ਼ਨ ਰਾਈਟ ਆਏਗਾ ਕਿ ਉਹਨੂੰ ਇਨਕਰੇਜ ਕੀਤਾ। ਓਕੇ, ਸੋ ਬੱਚਿਓ ਦੇਖੋ, ਉਸ ਤੋਂ ਬਾਅਦ ਤੁਹਾਡਾ ਜਿਹੜਾ ਸੈਕਿੰਡ ਪੈਰਾਗ੍ਰਾਫ ਦਿੱਤਾ ਹੋਣਾ ਆ, ਇੱਦਾਂ ਦਾ ਕੋਈ ਵੀ ਇੱਕ ਚਿੱਤਰ ਬਣਿਆ ਹੋਣਾ। ਠੀਕ ਹੈ, ਸੋ ਇਹਨੂੰ ਹੀ ਦੇਖ ਕੇ ਤੁਸੀਂ ਆਨਸਰ ਦੇਣਾ, ਬਹੁਤ ਈਜ਼ੀ ਹੈ, ਈਜ਼ਲੀ ਕਰ ਲਓਗੇ। ਜਿਵੇਂ ਕਿ ਦੇਖੋ, ਇਹ ਹੈਗਾ ਸਟੋਪ ਚਾਈਲਡ ਲੇਬਰ, ਮਤਲਬ ਬੱਚਿਆਂ ਨੂੰ ਕੰਮ ਨਹੀਂ ਕਰਾਉਣਾ, ਉਹਦੇ ਬਾਰੇ ਹੈ। ਸੋ ਇਹਦੇ ਕੁਐਸਚਨਸ ਦੇਖ ਲੈਂਦੇ ਹਾਂ ਬੱਚਿਓ। ਸੋ ਦੇਖੋ ਬੱਚਿਓ, ਪਹਿਲਾ ਪ੍ਰਸ਼ਨ ਹੈ ਇਹਦੇ ਵਿੱਚ ਕਿ ਦਿਸ ਪੋਸਟਰ ਡਰਾਈਵ ਆਵਰ ਅਟੈਂਸ਼ਨ ਟੂਵਰਡ ਦ ਪ੍ਰੋਬਲਮ ਆਫ, ਕਿਹੜੀ ਪ੍ਰੋਬਲਮ ਹੈ ਇਹਦੇ ਵਿੱਚ, ਦੇਖੋ ਕੀ ਸੀ, ਚਾਈਲਡ ਲੇਬਰ। ਠੀਕ ਹੈ, ਸੋ ਇਹੀ ਇਹਦਾ ਆਨਸਰ ਆ ਜਾਏਗਾ। ਦੇਖੋ ਸੈਕਿੰਡ ਇਹ ਕਿ ਚਾਈਲਡ ਲੇਬਰ। ਉਸ ਤੋਂ ਬਾਅਦ ਬੱਚਿਓ ਸੈਕਿੰਡ ਹੈ ਕਿ ਵੂ इज़ द फ्यूचर ऑफ एनी नेशन, ओबियस बच्चे हम कल के फ्यूचर है ना। सो थर्ड इज़ द राइट आंसर। उस तो बाद बच्चों थर्ड प्रश्न है कि वट आवर चिल्ड्रन डिज़र्व टू बी, उन्होंने ह्यूमिलेट करना चाहिए, इग्नोर करना चाहिए, एक्सप्लोइट करना चाहिए, एजुकेट करना चाहिए। सो लास्ट ऑप्शन इज़ राइट, एजुकेट। ठीक है, उस तो बाद बच्चे फोर्थ है कि वट ड्राइव्स द स्मॉल चिल्ड्रन इनटू हार्श फिजिकल लेबर्स, मतलब कि ਜਿਹੜੇ ਕੰਮ ਕਰਦੇ ਆ ਛੋਟੇ ਬੱਚੇ ਹੈ ਨਾ, ਕੀ ਲੈ ਕੇ ਆਉਂਦਾ ਉਹਨਾਂ ਨੂੰ, ਓਬੀਅਸ ਹੈ ਗਰੀਬੀ। ਗਰੀਬੀ ਸਾਰਾ ਕੰਮ ਕਰਾਉਂਦੀ, ਨਹੀਂ ਤਾਂ ਕੌਣ ਬੱਚਾ ਜਾਵੇ ਉੱਥੇ ਕੰਮ ਕਰਨ ਲਈ ਛੋਟੀ ਉਮਰੇ, ਹੈ ਨਾ। ਸੋ ਪੜ੍ਹਨ ਜਾਂਦਾ ਉਹ। ਸੋ ਗਰੀਬੀ ਇਜ਼ ਦ ਰਾਈਟ ਆਨਸਰ, ਪੋਵਰਟੀ। ਉਸ ਤੋਂ ਬਾਅਦ ਬੱਚੇ ਪੰਜਵਾਂ ਸਾਡਾ ਹੈਗਾ ਆ ਕਿ ਵਿਚ ਆਫ ਦ ਫੋਲੋਇੰਗ ਸੈਂਟੈਂਸਿਸ
इज़ नॉट करैक्ट, ਇਹਦੇ ਵਿੱਚੋਂ ਕਿਹੜਾ ਗਲਤ ਹੈ ਇਹ ਦੱਸਣਾ ਆਪਾਂ, ਠੀਕ ਹੈ। ਸੋ ਪਹਿਲਾਂ ਦੇਖੋ ਕਿ ਚਾਈਲਡ ਇਜ਼ ਫॉर ਇੰਜੋਇੰਗ, ਇਹ ਤਾਂ ਸਹੀ ਹੈ। ਸੈਕਿੰਡ ਹੈ ਬੱਚੋਂ ਕਿ ਚਿਲਡਰਨ ਆਰ ਫਿਊਚਰ ਆਫ ਨੇਸ਼ਨ, ਇਹ ਵੀ ਸਹੀ ਹੈ। थर्ड है कि चिल्ड्रन डिज़र्व टू बी ह्यूमिलेटेड नहीं, सो ये गलत है। सो सी ऑप्शन इज़ राइट आ जाएगा, नहीं थर्ड ही, ठीक है, थर्ड सही आएगा। उस तो बाद चाइल्ड लेबर शुड बी बैंड, ये तो होना ही चाहिए, ये तो सही है। सो तीसरा इज़ द राइट आंसर, ओके। सो ਤੁਹਾਡੇ 10 ਨੰਬਰ ਪੱਕੇ ਹੋ ਗਏ। ਉਸ ਤੋਂ ਬਾਅਦ ਦੇਖੋ ਬੱਚੋ ਸੈਕਸ਼ਨ ਬੀ ਜਿਹੜਾ ਸਟਾਰਟ ਹੋ ਜਾਂਦਾ ਸਾਡਾ, ਇਹਦੇ ਵਿੱਚ ਓਬਜੈਕਟਿਵ ਟਾਈਪ ਕੁਐਸਚਨਸ ਹੈ, 8 ਕੁਐਸਚਨਸ ਹੈ, ਇੱਕ ਨੰਬਰ ਦੇ, ਮਤਲਬ ਇੱਥੋਂ ਹੀ ਲੱਭਣੇ ਤੁਸੀਂ, ਬਸ ਚੂਜ਼ ਹੀ ਕਰਨਾ ਹੈ। ਸੋ ਦੇਖੋ ਬੱਚੋ ਜਿਵੇਂ ਕਿ ਹੈਗਾ ਫਰਸਟ ਕੁਐਸਚਨ ਕਿ ਵਟ ਸ਼ੁੱਡ ਲਿੰਕਲਨ ਸਨ ਬੀ ਸਟੀਰਡ ਅਵੇ ਫਰੋਮ, ਠੀਕ ਹੈ। ਸੋ ਇਹਦਾ ਕੀ ਆਏਗਾ, ਇਹਦਾ ਤੁਹਾਨੂੰ ਓਬਵੀਅਸ ਸਾਰਿਆਂ ਨੂੰ ਪਤਾ ਹੀ ਹੈ ਕਿ ਸੀ ਆਪਸ਼ਨ ਇਜ਼ ਰਾਈਟ ਹੈ, ਇਨ ਵੀ ਆ, है ना। उस बाद सैकेंड क्वेश्चन देखो बच्चे, नेम द स्पेस क्राफ्ट दैट वॉज लॉक्ड आफ्टर अपोलो 2, ठीक है। अपोलो 2 तो बाद किहड़ा स्पेस क्राफ्ट नूं लॉक्ड किया गया सीगा, वो सीगा ईगल 2, ठीक है। डी ऑप्शन इज़ राइट, ईगल 2। एंड विच थर्ड प्रश्न है कि लक्ष्मी बाई वॉज रानी ऑफ झांसी की रानी, ठीक है। सी ऑप्शन इज़ राइट, झांसी की रानी सी हो। उस तो बाद बच्चों फोर्थ है कि गॉड कैन बी फाउंडेड बाय, गॉड किद्दां मिल सकता सानू। पहला है कि चैंटिंग हेमन्स, मतलब कि हवंस ਜਿਹੜੇ ਕਰਦੇ ਨਾ ਉਹਨਾਂ ਉਹ ਕਰੋ, ਜਾਂ ਟੈਲਿੰग ਦ ਵਰਡਸ, ਜਾਂ ਮਾਲਾ ਪੜੋ, ਜਾਂ ਪ੍ਰੇਜ਼ਿੰਗ ਹਿਮ ਡੇ ਐਂਡ ਰਾਤ, ਦਿਨ ਰਾਤ ਉਹਨਾਂ ਨੂੰ ਜਪੋ, ਜਾਂ ਨਨ ਆਫ ਦਿਸ। ਸੋ ਨਨ ਆਫ ਦਿਸ ਇਜ਼ ਰਾਈਟ ਆਂਸਰ ਆਏਗਾ, ਕਿਉਂਕਿ ਗॉड ਨੂੰ ਇਹਨਾਂ ਚੀਜ਼ਾਂ ਤੋਂ ਕੋਈ ਮਤਲਬ ਨਹੀਂ ਹੁੰਦਾ ਹੈ, ਠੀਕ ਹੈ। ਸੋ ਨਨ ਆਫ ਦਿਸ ਇਜ਼ ਰਾਈਟ ਆਂਸਰ, ऑप्शन आएगा। उस तो बाद बच्चों पंजवा है कि द बॉय वेंट टू द डैश फॉर वर्क, किहदे कोल गया सीगा, वो फार्मर दे कोल गया सीगा, है ना। सो उस तो बाद बच्चों सिक्स्थ है कि लेंचो आस्क गॉड टू सेंड डैश पेसोस, किन्ने पैसो सीगे 100, ठीक है। सो बी ऑप्शन इज़ राइट, 100। एंड बच्चों सेवंथ है कि डैश वॉज सीरियसली इल, कौन सीरियसली बीमार सी, वो सी जॉन सी, ए ऑप्शन ही राइट आना है, ठीक है। सतवें का ए ऑप्शन इज़ राइट, जॉन सी। उस तो बाद बच्चों अठवां है कि विच वॉज द हाईएस्ट प्लेस इन द विलेज, ठीक है। विलेज ਦੇ ਵਿੱਚ फ्लड जो आया ਸੀਗਾ ਉਹ ਕਿੱਥੇ ਰੁਕਿਆ ਸੀ, ਤੁਹਾਨੂੰ ਪਤਾ ਟੈਂਪਲ ਸੀਗਾ ਇੱਕ, ठीक है, ਉੱਥੇ ਰੁਕ ਗਏ ਸੀ ਨਾ, ਉਹ ਸਭ ਤੋਂ ਹਾਈਐਸਟ ਸੀ। ਸੋ ਟੈਂਪਲ ਇਜ਼ ਦ ਰਾਈਟ ਆਂਸਰ, गुड। फाइनली तुसीं ऑब्जेक्टिव टाइप भी कर लिया। हुण देखो बच्चों तुहाडा स्टार्ट हो रहा है सैक्शन सी, जो कि है किहड़ी बुक तो, मेन कोर्स तो। मेन कोर्स तो तुहानूं दिता होया तीसरा प्रश्न कि आंसर एनी 3 क्वेश्चनस, तुहानूं 5 क्वेश्चन दिते हुए है, इन्हां विचों कोई 3 क्वेश्चनस ही करने हैं, ठीक है। सो एक तुहाडे 2 नंबर दे है। सो देखो बहुत ही ईजी है। सो देखो बच्चों फर्स्ट क्वेश्चन है कि वट शुड वन नेवर सेल, ठीक है। सो बच्चों ਇਹਦਾ ਤੁਸੀਂ ਸਿੰਪਲ ਵੀ ਲਿਖ ਸਕਦੇ ਆ ਕਿ ਕੀ ਕੋਈ ਮਤਲਬ ਕੁਐਸਚਨ ਹੈ ਕਿ ਕੋਈ ਬੰਦਾ ਕੀ ਨਹੀਂ ਵੇਚ ਸਕਦਾ, ਠੀਕ ਹੈ। ਸੋ ਕੀ ਨਹੀਂ ਵੇਚਣਾ ਚਾਹੀਦਾ ਹੈ। ਸੋ ਇਹਦੇ ਵਿੱਚ ਬੱਚੇ ਹਾਰਟ ਐਂਡ ਸੋਲ, ਮਤਲਬ ਦਿਲ ਐਂਡ ਆਤਮਾ, ਠੀਕ ਹੈ। ਹਾਰਟ ਐਂਡ ਸੋਲ शुड वन नेवर सेल, ठीक है। वट की जगह पर हार्ट एंड सोल लिख देना है, बाकी आही क्वेश्चन रिपीट कर देना है, इदा ही लिखी दा है, ठीक है। उस तो बाद बच्चों सैकेंड देखो कि विच इज़ द मोस्ट इंपॉर्टेंट टाइम फॉर डूइंग समथिंग, कुछ भी करन दा किहड़ा सही समय है, तुहानूं पता नाउ यानी अभी, ठीक है। नाउ इज़ अ राइट टाइम। सो बच्चों तुसी ना विच दी जगह ते ना जिथे क्वेश्चन पूछा गया विच दी जगह ते सिर्फ नाउ लिख के फिर आही क्वेश्चन रिपीट कर देना कि नाउ इज़ द मोस्ट इंपॉर्टेंट टाइम फॉर डूइंग समथिंग, ठीक है। लास्ट विचों क्वेश्चन मार्क कट देना है, विच दी जगह ते नाउ लिख देना है, ठीक है। इत्थे भी वट दी जगह ते सोल एंड हार्ट लिख देना है, बस यही क्वेश्चन रिपीट कर देना होंदा है। ज़्यादा कई बच्चों लिखना भी नहीं आता ना, सो इस तरह तुसी ट्रिक यूज़ करके लिख सकते हो, ठीक है। याद करने की लोड़ नहीं पैनी है। उस तो बाद देखो बच्चों थर्ड है कि वाई हैव द साइंटिस्ट डिक्लेयर द मून अनफिट फॉर ह्यूमन हैबिटेशन, ठीक है। मतलब कि साइंटिस्टां ने मून की जी मून नूं क्यों मनुख लई अनफिट किया, क्यों, बिकॉज देयर इज़ नो
ਕੀ ਨਹੀਂ ਹੈ ਉੱਥੇ, नो ऑक्सीजन एंड वाटर, ठीक है, एंड नो एटमोसफेयर, ठीक है, दो चीज़ां तीन चीज़ां उत्थे है नहीं, ना ही उत्थे ऑक्सीजन है, ना ही वाटर है, तो ना ही एटमोसफेयर है, ठीक है। सो देयर इज़ नो ऑक्सीजन एंड वाटर ऑन द मून, देयर इज़ नो एटमोसफेयर, ਇਹਦਾ आंसर आएगा, ठीक है। सो बच्चों कोई तीन करने हैं, चौथा भी प्रश्न देख लो, कहते कि वैन एंड वेयर वॉज लक्ष्मी बाई बोर्न, ठीक है, लक्ष्मी बाई जी है कित्थे जमी सी। सो बच्चे एन कदों, ठीक है, कदों एन कित्थे। सो इसका आंसर की आएगा, लक्ष्मी बाई बोर्न इन 16 नवंबर 1834, ठीक है, इन कित्थे, वाराणसी यूपी ਦੇ ਵਿੱਚ, ठीक है। सो बच्चों ये 4 क्वेश्चनस ਦੇ ਵਿੱਚੋਂ ਕੋਈ ਤੁਸੀਂ 3 क्वेश्चन कर लियो। एक पंजवां प्रश्न की है कि वो किल्ड जयद्रथ एंड हाउ, ਤੁਹਾਨੂੰ पता अर्जुना ने किल ਕੀਤਾ ਸੀਗਾ, यानी किद्दां किल ਕੀਤਾ ਸੀਗਾ, लड़ाई करके। सो ये क्वेश्चन ਤੁਸੀਂ बुक ਤੋਂ ਜ਼ਰੂਰ पढ़ लियो, ठीक है, की पता ਤੁਹਾਡੇ ਕਿਸੇ ਹੋਰ पेपर 'ਚ आ गया, ਤੁਸੀਂ ईजिली कर सको, ओके। सो बच्चों देखो ਉਸ ਤੋਂ ਬਾਅਦ बी पार्ट है ਤੁਹਾਡਾ कि ਦੋਨਾਂ ਵਿੱਚੋਂ ਕੋਈ ਇੱਕ ਕਰਨਾ ਤੁਸੀਂ 3 ਨੰਬਰ ਦਾ है। सो देखो कहते कि राइट ए फ्यू लाइन्स अबाउट करैक्टर स्कैच ऑफ शेर सिंह, ठीक है, तुसी शेर सिंह ਦਾ ਕੀ ਲਿਖਣਾ ਆ, ਕਰੈਕਟਰ ਸਕੈਚ ਲਿਖਣਾ ਆ, 3 ਨੰਬਰ ਦਾ ਹੈ। ਉਸ ਤੋਂ ਬਾਅਦ ਵਿੱਚ ਨਾਲ ਹੀ ਇਹਦੇ ਵਿੱਚ ਕੁਐਸਚਨਸ ਹੈ ਕਿ ਹਾਊ ਡਿਡ ਅਰਜੁਨਾ ਅਵੈਂਜ ਹਿਜ਼ ਸਨਸ ਡੈਥ, ਠੀਕ ਹੈ, ਉਹ ਜੈਦਰਥ ਨੂੰ ਮਾਰ ਕੇ ਉਹਨੇ ਬਦਲਾ ਲਿਆ ਸੀਗਾ। ਸੋ ਕਿੱਦਾਂ ਬਦਲਾ ਲਿਆ ਸੀ, ਚੈਪਟਰ ਵਿੱਚ ਇਹ ਵਾਲਾ ਕੁਐਸਚਨ ਤੁਸੀਂ ਖੁਦ ਦੇਖ ਲਿਓ, ਮੈਂ ਤੁਹਾਨੂੰ ਸ਼ੇਰ ਸਿੰਘ ਵਾਲਾ ਕਰਾ ਦਿੰਦਾ ਹੈ, ठीक है। तो देखो राइट ए फ्यू लाइन्स अबाउट करैक्टर स्कैच ऑफ शेर सिंह। सो शेर सिंह ਦੇ ਬਾਰੇ ਦੱਸਣਾ ਆਪਾਂ, ਦੇਖੋ ਕੀ ਹੈ ਲਾਈਨ ਉਹਦੇ ਬਾਰੇ, ਕਹਿੰਦੇ शेर सिंह वॉज ए वेरी ब्रेव बॉय, ਇੱਕ ਤਾਂ ਉਹ ब्रेव ਸੀ, दूसरा पॉइंट ही वॉज जस्ट 12 ईयर्स ओल्ड, ਉਹ ਸਿਰਫ 12 ਸਾਲ ਦਾ ਹੀ ਸੀ, 2 पॉइंट हो गए। ਉਸ ਤੋਂ ਬਾਅਦ ਵਿੱਚ ਤੀਸਰਾ पॉइंट ही वॉज लविंग हिज ब्रदर ਐਂਡ ਫੈਮਿਲੀ ਟੂ ਮਚ, ਉਹ ਆਪਣੇ ਬ੍ਰਦਰ ਐਂਡ ਫੈਮਿਲੀ ਨੂੰ ਟੂ ਮਚ ਲਵ ਕਰਦਾ ਸੀ, ਓ ਮਾਂ ਗੋ ਟੂ ਲਵ। ਉਸ ਤੋਂ ਬਾਅਦ ਬੱਚੇ ਚੌਥਾ ਪੁਆਇੰਟ ਹੀ ਵॉज ਵੈਰੀ ਡੇਅਰਿੰਗ ਬॉय, ਬਹੁਤ ਹੀ ਡੇਅਰਿੰਗ ਹਿੰਮਤ ਵਾਲਾ ਬੱਚਾ ਸੀ, ਠੀਕ ਹੈ, ਲੜਕਾ ਸੀ। ਉਸ ਤੋਂ ਬਾਅਦ ਬੱਚੇ 5 ਪੁਆਇੰਟ ਹੋ ਗਏ, ਚੌਥਾ ਪੁਆਇੰਟ ਹੋ ਗਿਆ। ਪੰਜਵਾਂ ਪੁਆਇੰਟ ਹੀ ਫੇਸਡ ਮੈਨੀ ਪ੍ਰੋਬਲਮਸ ਟੂ ਸੋਲਵ ਹਿਜ਼ ਯੰਗਰ ਬ੍ਰਦਰ ਲਾਈਫ, ਠੀਕ ਹੈ, ਆਪਣੇ ਬ੍ਰਦਰ ਦੇ ਲਾਈਫ ਦੀਆਂ ਪ੍ਰੋਬਲਮ ਨੂੰ ਸੋਲਵ ਕਰਨ ਲਈ ਬਹੁਤ ਪ੍ਰੋਬਲਮ ਫੇਸ ਕੀਤੇ ਉਹਨੇ, ਠੀਕ ਹੈ। ਸੋ ਮਤਲਬ ਆਪਣੇ ਬ੍ਰਦਰ ਦੇ ਲਾਈਫ ਨੂੰ ਬਚਾਉਣ ਲਈ, ਠੀਕ ਹੈ, ਬਹੁਤ ਸਾਰੇ ਪ੍ਰੋਬਲਮ ਫੇਸ ਕੀਤੇ। ਐਂਡ ਵਿੱਚ 6ਵਾਂ ਪੁਆਇੰਟ ਲਿਖ ਦੇਣਾ ਤੁਸੀਂ ਕਿ ਹੀ ਵॉज ਵੈਰੀ ਐਕਟਿਵ ਐਂਡ ਇੰਟੈਲੀਜੈਂਟ ਬॉय, ਠੀਕ ਹੈ। ਸੋ ਯਾਦ ਰੱਖ ਲਿਓ, ਪਹਿਲਾ ਕਿ ਉਹ ਬਰੇਵ ਸੀ, ਦੂਸਰਾ 12 ਸਾਲ ਦਾ ਸੀ, ਤੀਸਰਾ ਲਵਿੰਗ ਬ੍ਰਦਰ ਸੀ, ਚੌਥਾ ਉਹ ਬਹੁਤ ਹੀ ਡੇਅਰਿੰਗ ਸੀਗਾ, ਪੰਜਵਾਂ ਉਸਨੇ ਬਹੁਤ ਪ੍ਰੋਬਲਮ ਝੇਲੇ ਸੀਗੇ ਆਪਣੇ ਭਰਾ ਕਰਕੇ, ਛੇਵਾਂ ਪੁਆਇੰਟ ਉਹ ਐਕਟਿਵ ਅਤੇ ਇੰਟੈਲੀਜੈਂਟ ਸੀ, ਠੀਕ ਹੈ। ਹਾਂਜੀ ਬੱਚਿਓ ਦੇਖੋ ਉਸ ਤੋਂ ਬਾਅਦ ਸਾਡਾ ਇੰਗਲਿਸ਼ ਮੇਨ ਕੋਰਸ ਬੁੱਕ ਪੋਇਟਰੀ ਸਟਾਰਟ ਹੋ ਜਾਂਦਾ ਹੈ, ਠੀਕ ਹੈ। ਉਹਦੇ ਵਿੱਚੋਂ ਇੱਕ ਪੋਇਟਰੀ ਦਾ ਤੁਹਾਨੂੰ ਸਟੈਂਜਾ ਦਿੱਤਾ ਹੋਇਆ ਹੈ, ਇਹਦੇ ਤੁਸੀਂ 3 ਕੁਐਸਚਨਸ ਦੇ ਆਨਸਰ ਦੇਣੇ ਹੈ, ਠੀਕ ਹੈ, ਤਿੰਨਾਂ ਵਿੱਚੋਂ ਕੋਈ 2 ਹੀ ਕੁਐਸਚਨ ਦੇ ਆਨਸਰ ਦੇਣੇ ਹੈ, ओके। सो देखो बच्चों एक क्वेश्चन 1.5 नंबर ਦਾ ਹੋਣਾ ਹੈ, ਸੋ ਇੰਪੋਰਟੈਂਟ ਆ। ਸੋ ਦੇਖੋ ਜਿਹੜੀ ਆ ਸਟੈਂਜਾ ਤੁਹਾਨੂੰ ਦਿੱਤੀ ਹੋਈ ਹੈ ਪੈਰਾ, ਇਹ ਕਿਹੜੇ ਚੋਂ ਆ, ਇਹਦੇ ਤੈਨੂੰ ਦੇਖੋ ਲਾਈਨ ਲਿਖਿਆ ਹੋਇਆ नो मैन आर फॉरेन, ठीक है, ਇਹ ਤੁਹਾਡੀ ਕਵਿਤਾ ਦਾ ਨਾਮ ਹੀ ਹੈ, ਪੋਇਮ ਦਾ ਨਾਮ ਹੀ ਹੈ, ਓਕੇ। ਸੋ ਇਹਦੇ ਵਿੱਚ ਸਾਨੂੰ ਕੁਐਸਚਨਸ ਕੀ ਪੁੱਛਿਆ ਗਿਆ ਹੈ, ਦੇਖੋ ਸਭ ਤੋਂ ਪਹਿਲਾ ਪ੍ਰਸ਼ਨ ਹੈ ਕਿ ਨੇਮ ਦਾ ਪੋਇਮ ਦਾ ਨਾਮ ਕੀ ਹੈ, ਤੁਹਾਨੂੰ ਇੱਥੋਂ ਹੀ ਮਿਲ ਜਾਣਾ ਹੈ, ਠੀਕ ਹੈ, नो मैन आर फॉरेन ਐਂਡ ਪੋਇਟ ਦਾ ਨਾਮ ਦੱਸਣਾ ਆਪਾਂ। ਉਸ ਤੋਂ ਬਾਅਦ ਸੈਕਿੰਡ ਪ੍ਰਸ਼ਨ ਹੈ ਕਿ ਵਟ ਇਜ਼ ਹਿਊਮਨ ਅਰਥ ਐਂਡ ਥਰਡ ਪ੍ਰਸ਼ਨ ਹੈਗਾ ਕਿ ਵਟ ਡੂ ਵੀ ਡਿਫਾਈਲ ਹਿਊਮਨ ਅਰਥ। ਸੋ ਚਲੋ ਆਨਸਰ ਦੇਖਦੇ ਹਾਂ, ਠੀਕ ਹੈ। ਦੇਖੋ ਬੱਚੋ ਮੈਂ ਆਨਸਰ ਕਿੱਥੋਂ ਦੇਖ ਰਿਹਾ, ਸਾਰੇ ਇਹ ਸਾਰੇ ਪੰਜਾਬ ਐਜੂਕੇਟਰ ਐਪ 'ਤੇ ਹੈਗੇ ਆ, ਠੀਕ ਹੈ। ਸੋ ਇੱਥੋਂ ਦੇਖ ਸਕਦੇ ਹੋ, ਦੇਖੋ ਆ ਜਿਹੜਾ ਚੈਪਟਰ ਹੈ ਸਾਡਾ नो मैन आर फॉरेन, ਇਹਦੇ ਵਿੱਚ ਉਹ ਵਾਲਾ ਪੈਰਾ ਰਚਨਾ ਤੁਹਾਨੂੰ ਮੈਂ ਦਿਖਾਉਂਦਾ ਕਿੱਥੇ ਹੈ, ਜਿਹੜਾ ਆਪਾਂ ਹੁਣੇ ਦੇਖ ਕੇ ਹਟੇ ਹਾਂ। ਥੋੜ੍ਹਾ ਜਿਹਾ ਵੇਟ ਕਰ ਲਿਓ, ਜ਼ਿਆਦਾ ਉਹ ਨਾ ਹੋਇਓ, ਠੀਕ ਹੈ, ਕੀ ਲੱਭ ਨਹੀਂ ਰਿਹਾ ਵਗੈਰਾ ਵਗੈਰਾ। ਸੋ ਪਹਿਲਾਂ ਇਹ ਦੇਖ ਲਓ ਬੱਚੇ ਕਿ ਤੁਹਾਨੂੰ ਪੋਇਮ ਦਾ ਨਾਮ ਤਾਂ ਪਤਾ ਲੱਗ ਹੀ ਗਿਆ, ਠੀਕ ਹੈ, ਪੋਇਮ ਦਾ ਨਾਮ ਕੀ ਹੈ, नो मैन आर फॉरेन। ਸੋ ਦੇਖੋ ਬੱਚੇ ਇਹਦਾ ਜਿਹੜਾ ਪੋਇਟ ਕੌਣ ਹੈ, नो मैन आर फॉरेन ਦਾ ਪੋਇਟ ਕੌਣ ਹੈ, ਪੋਇਟ ਹੈ जेम्स किरकप, ठीक है, कौन है, हाँ देख लो जेम्स किरकप,
ओके एंड जिहड़ा पैरा है साडा आ देख वेट आ देखो बच्चे आई वाला पैरा है ना आ वाला पैरा दिता होया है। सो ये जिहड़ा सैकेंड एंड थर्ड क्वेश्चन सीगा साडा कि वट इज़ ह्यूमन अर्थ है ना ह्यूमन अर्थ की है। सो देखो बच्चे ह्यूमन अर्थ की है ह्यूमन अर्थ इज़ द ह्यूमन वर्ल्ड दैट इज़ कंप्राइज्ड फ्रॉम ऑल कंट्रीज़ ठीक है रेसेस कल्चर्स एंड क्रीड्स ठीक है। सो ह्यूमन अर्थ की है ह्यूमन द वर्ल्ड है जिथे कि उन्होंने दी ऑल कंट्रीज़ है रेसेस है कल्चर्स एंड क्रीड्स है ओके एंड ये बच्चे साडा थर्ड क्वेश्चन सीगा हाउ डू वी डिफाइल ह्यूमन अर्थ। सो ਇਹਦਾ आंसर की है वी डिफाइल और पोल्यूटेड मतलब कि अपनी अर्थ ਨੂੰ ਅਸੀਂ ਕਿੱਦਾਂ पोल्यूट कर रहे हैं किद्दां गंदा कर रहे हैं प्रदूषित कर रहे हैं। सो कहते वी डिफाइल और पोल्यूटेड ह्यूमन अर्थ बाय यूजिंग आर्म्स एंड अम्यूनिशंस ठीक है अम्यूनिशंस टू काउज वाइड स्प्रेड डेथ एंड डिस्ट्रक्शंस मॉडर्न डे वैपन्स ਜਿਹੜੇ ਆ मॉडर्न इंडस्ट्रीज़ काउजेज इरिपेबल डैमेज टू द इन्वायरमेंट मतलब कि ਜਿਹੜੇ ਬੱਚੇ ਮੇਨ ਇਹਦੇ ਵਿੱਚ ਦੱਸਣ ਵਾਲੀ ਇਹ ਗੱਲ ਹੈ ਕਿ ਜਿਹੜੀ ਸਾਡੀ ਹਿਊਮਨ ਅਰਥ ਹੈ ਠੀਕ ਹੈ ਉਸ ਨੂੰ ਆਪਾਂ ਕਿੱਦਾਂ ਪੋਲਿਊਟ ਕਰ ਰਹੇ ਹਾਂ ਆਰਮਸ ਦੇ ਨਾਲ ਮਤਲਬ ਜਿਹੜੇ ਆਰਮਸ ਕੀ ਹੁੰਦੇ ਆ ਮਤਲਬ ਹਥਿਆਰ ਠੀਕ ਹੈ ਮਾਡਰਨ ਵੈਪਨਸ ਬੰਬ ਵਗੈਰਾ ਚਲਾ ਕੇ ਨਾ ਆਪਾਂ ਪੋਲਿਊਟ ਕਰ ਰਹੇ ਹਾਂ ਬਸ ਇੰਨਾ ਕੁ ਲਿਖ ਦਿਓ ਠੀਕ ਹੈ। सो बैक टू द क्वेश्चंस सो ये 3 क्वेश्चन सीगे उस तो बाद बच्चों देखो साडा पोइम दा तुसी लिखना आ एक पोइम दा सेंट्रल आइडिया ठीक है। सो सेंट्रल आइडिया ऑफ द पोइम ओपन दे आई एंड सी दे गॉड 3 मार्क्स दा है जां तुसी लिख सकते डाउन द सेंट्रल आइडिया ऑफ द की है नाइटिंगल एंड ग्लोवॉर्म ठीक है। सो चलो दोनों विचों किसी एक दा आपां की लिखते हैं सेंट्रल आइडिया। सो चलो देखते हैं सो बच्चों देखो ਇਹ ਤੁਹਾਡੀ ਜਿਹੜੀ ਸੈਕਿੰਡ ਪੋਇਮ ਆਪਾਂ ਜਿਹੜਾ ਕੁਐਸਚਨ ਵਿੱਚ ਆਇਆ ਉਹ ਪਹਿਲੀ ਪੋਇਮ ਹੈ ਆ ਦੇਖੋ ਓਪਨ ਆਈ ਦ ਸੀ ਗॉड ਇਹਦਾ ਆਪਾਂ ਸੈਂਟਰਲ ਆਈਡੀਆ ਲਿਖਣਾ ਹੈ ਆ ਦੇਖੋ ਸੈਂਟਰਲ ਆਈਡੀਆ ਇੱਥੇ ਹੀ ਹੈ ਤੁਹਾਡੇ ਕੋਲ है ना ये सेंट्रल आइडिया है। सो बच्चे देखो की है कि सेंट्रल आइडिया की लिखना है कहते द पोइट सेज दैट वर्शिप ऑफ आइडियल्स ठीक है आइडल्स इज़ यूजलेस कहते वर्शिप आइडल्स के जोड़े वर्शिप लेना एक यूजलेस है बिकॉज क्यों बिकॉज गॉड कैन नेवर बी फाउंड इन टैंपल्स है ना जोड़े गॉड्स है नेवर फाइंड इन टैंपल्स दे विच गॉड कदे भी नहीं मिलते है ठीक है। वी कांट फाइंड हिम बाय चैंटिंग एंड सिंगिंग ਆਪਾਂ गॉड ਨੂੰ ਕਦੇ ਵੀ ਚੈਂਟਿੰਗ ਐਂਡ ਸਿੰਗਿੰਗ ਕਰਕੇ ਨਹੀਂ ਪ੍ਰਾਪਤ ਕਰ ਸਕਦੇ ਹਾਂ ਠੀਕ ਹੈ। ਚੈਂਟਿੰਗ ਮਤਲਬ ਹੁੰਦਾ ਮੰਤਰ ਵਗੈਰਾ ਪੜ੍ਹਨਾ। ਸੋ ਵੀ ਕਾਂਟ ਫਾइंड हिम बाय टेलिंग द बीट्स ठीक है कदे भी ਆਪਾਂ ਮਾਲਾ ਜਪ ਕੇ ਨਹੀਂ ਪ੍ਰਾਪਤ ਕਰ ਸਕਦੇ ਉਹਨਾਂ ਨੂੰ। ही लिव्स अमंग पुअर लेबर्स ठीक है ਉਹ ਗਰੀਬ ਲੇਬਰਸ ਜਿਹੜੇ ਮਜ਼ਦੂਰ ਹੁੰਦੇ ਉਹਨਾਂ ਵਿੱਚ ਰਹਿੰਦੇ ਆ। सो वी शुड गो एंड वर्क विद पुअर्स इफ़ वी वॉन्ट टू फाइंड गॉड ठीक है। सो तुहानू MCQ भी सी ना कि हाउ कैन वी फाइंड गॉड। सो इफ़ यू वॉन्ट टू फाइंड गॉड यू शुड गो एंड वर्क ठीक है। सो ये बच्चों सेंट्रल आइडिया है एक बार तुसी भी रीड कर लो तो तुहानू चंगी तरह याद कर लो ठीक है। इनू लिख के आना बहुत ही ईजी है ओके। सो ये हो गया दूसरा बच्चों जी पोइम सी वो किहड़ी सी आ वाली है ना द नाइटिंगल एंड द ग्लोवॉर्म। ਇਹਦਾ देखो बच्चों सेंट्रल आइडिया दोनों बच्चों कोई एक कर लियो। सो ਇਹਦਾ सेंट्रल आइडिया है कि वट इज़ द सेंट्रल आइडिया या थीम मैसेज की है ਇਹਦੇ ਵਿੱਚ। सो बच्चे ਇਹਦਾ आंसर है कि द स्टोरी ऑफ नाइटिंगल ठीक है नाइटिंगल एंड ग्लोवॉर्म एज रिलेटेड इन द पोइम कैरी ए लवली लैसन फॉर मैनकाइंड ठीक है। ये जरा साडा आइडिया पोइम है ना एक बहुत ही लवली लैसन दिंदा है ठीक है मैनकाइंड ह्यूमन मनुखता नू। सो कहते कि एवरी ऑब्जेक्टिव ऑफ नेचर लिविंग और नॉन लिविंग इज़ ए यूजफुल इन इट्स ओन वे मतलब कि हर एक नेचर में जो कुछ भी है लिविंग है चाहे नॉन लिविंग है वो किसी न किसी तरह यूज़ तो होंदा ही है
ठीक है। कहते फॉर द वर्ल्ड टू बी हैप्पी एंड प्रोस्पेरस, ठीक है, वन मस्ट लर्न टू को एग्जिस्ट विद अदर्स इन द स्पिरिट ऑफ म्यूचुअल रिस्पेक्ट एंड अंडरस्टैंडिंग, ठीक है। इट इज़ बेस्ड ऑन द आइडिया लिव एंड लेट लिव, ठीक है, जियो एंड जीवन देव, ठीक है। एवरी वन हैज़ सम टैलेंट एंड क्वालिटी, so everyone has his own part to play in the world, so no one should be harmed, okay। so बहुत ही प्यारा कविता है भी। so ਦੋਨਾਂ ਵਿੱਚੋਂ ਕੋਈ ਇੱਕ ਤੁਸੀਂ ਕਰ ਲਿਓ। so I hope ਤੁਹਾਨੂੰ ਸਮਝ ਲੱਗ ਗਿਆ ਹੋਣਾ। ਚਲੋ ਆਪਾਂ ਨੈਕਸਟ ਦੇਖਦੇ ਹਾਂ ਕੁਐਸਚਨ ਪੇਪਰ। ਸੋ ਬੱਚਿਓ ਤੁਹਾਡੇ ਹੋ ਗਏ। ਉਸ ਤੋਂ ਬਾਅਦ ਦੇਖੋ ਬੱਚਿਓ ਇੱਥੋਂ ਤੁਹਾਡੇ ਸਟਾਰਟ ਹੋ ਜਾਂਦੇ ਸਪਲੀਮੈਂਟਰੀ ਰੀਡਰਸ। ਇਹਦੇ ਵਿੱਚ ਵੀ ਤੁਹਾਡੇ 3 ਨੰਬਰ ਦੇ 3 ਕੁਐਸਚਨਸ ਦਿੱਤੇ ਹੋਏ ਆ, ਮਤਲਬ 5 ਕੁਐਸਚਨ ਹੈ, ਤੁਸੀਂ ਕੋਈ 3 ਕਰਨੇ ਆ, ਓਕੇ। ਸੋ ਜਿਵੇਂ ਕਿ ਦੇਖੋ ਬੱਚਿਓ ਫਰਸਟ ਪ੍ਰਸ਼ਨ ਹੈ ਕਿ ਵਟ ਡਿਡ ਦ ਓਲਡ ਮੈਨ ਗਿਵ ਟੂ ਦ ਬॉय, ਠੀਕ ਹੈ, ਕਿ ਇੱਕ ਓਲਡ ਮੈਨ ਨੇ ਬॉय ਨੂੰ ਕੀ ਦਿੱਤਾ, ਤਾਂ ਕਿ ਤੁਹਾਨੂੰ ਕੋਈ ਔਖਾ ਨਾ ਹੋਵੇ ਲੱਭਣ ਵਿੱਚ। ਸੋ ਬੱਚੇ ਇਹਦਾ ਆਨਸਰ ਆਏਗਾ ਪਹਿਲੇ ਦਾ, ठीक है, कि 2 विशेज़, ए मैजिक वायलिन एंड ए मैजिक गन, ठीक है, पहले का आंसर। सेकंड देखो बच्चे, वू टुक द लेटर टू द पोस्ट मास्टर, कौन लेके आया सी, इसका आंसर आएगा वन ऑफ द एम्प्लॉयज़, ठीक है, एक कर्मचारी टुक द लेटर टू द पोस्ट मास्टर, वन ऑफ द एम्प्लॉयज़ टुक द लेटर टू द पोस्ट मास्टर, ओके। एंड बच्चों थर्ड प्रश्न देखो, वट वॉज बहरमानस मास्टरपीस, ਉਹਦਾ मास्टरपीस की सी, ਉਹਦਾ मास्टरपीस ਸੀ द एवी लीफ ही पेंटेड, ठीक है, ਜਿਹੜਾ ਉਹਨੇ ਪੇਂਟ ਕੀਤਾ ਸੀ ਨਾ एवी लीफ, ਉਹੀ ਉਹਦਾ मास्टरपीस ਸੀ, ਓਕੇ। ਉਸ ਤੋਂ ਬਾਅਦ ਬੱਚੇ ਚੌਥਾ ਹੈਗਾ ਕਿ ਵੇਅਰ ਡਿਡ ਦ ਆਥਰ ਗੈਟ ਹਿਜ਼ ਸੂਟ ਮੇਡ, ਠੀਕ ਹੈ, ਉਹਨੇ ਆਪਣਾ ਸੂਟ ਕਿੱਥੇ ਬਣਾਇਆ ਸੀਗਾ। ਸੋ ਕਿੱਥੋਂ ਲੈ ਕੇ ਆਇਆ ਸੀਗਾ ਉਹ, ਫਰੋਮ एल्फोंसो कोर्टिसेला विया फरारा 17 तो, ठीक है, देख लो स्पैलिंग चंगी तरह एंड लिख दियो, ओके। एंड बच्चों लास्ट 5वां प्रश्न है कि वाई डिड द 2 मैन फाइटिंग, 2 मैन क्यों फाइट कर रहे थे। सो दे वर फाइटिंग फॉर डॉग, ठीक है, वो अपने मतलब कि डॉग लिए फाइट कर रही थी, ठीक है, सिंपल। एंड बच्चों नाउ सैक्शन डी स्टार्टेड वोकैबुलरी, ओके। सो ग्रामर्स पार्ट्स ਤੁਹਾਡੇ स्टार्ट हो रहे हैं। सो देखो बच्चों ਇਹਦੇ ਵਿੱਚ ਕੀ ਹੈ। ਸਭ ਤੋਂ ਪਹਿਲਾਂ ਹੈ ਕਿ ਡੂ ਐਜ਼ ਡਾਇਰੈਕਟਡ, ਇਹਦੇ ਵਿੱਚ 4 ਹੈਗੇ ਆ ਇੱਕ ਨੰਬਰ ਦੇ। ਫਰਸਟ ਹੈ ਬੱਚੇ, ਇਨ ਦਾ ਫੋਲੋਇੰਗ ਸੈਂਟੈਂਸ ਦਾ ਵਰਡ ਸੈਟ ਜਿਹੜਾ ਆ ਮੀਨ ਫਿਕਸਡ ਔਰ ਸੈਟਲ ਹੁੰਦਾ ਹੈ, ਠੀਕ ਹੈ। ਸੈਟ ਤੁਹਾਨੂੰ ਪਤਾ ਕੋਈ ਚੀਜ਼ ਸੈੱਟ ਕਰ ਦਿੰਦੇ ਆ ਜਾਂ ਫਿਕਸ ਕਰ ਦਿੰਦੇ ਆ। ਸੋ ਦੇਖੋ ਕਿ ਆ ਜਿਹੜਾ ਵਰਡ ਲਿਖਿਆ ਲਾਈਨ ਲਿਖੀ ਇਹਦੇ ਵਿੱਚ ਸੈਟ ਦਾ ਕੀ ਮਤਲਬ ਹੈ। ਕਹਿੰਦੇ ਰਘੂ ਇਜ਼ ਵੈਲ ਸੈਟ ਇਨ ਹਿਜ਼ ਨਿਊ ਜੋਬ ਵਿੱਚ ਸੈੱਟ ਹੋ ਗਿਆ ਨਾ, ਮਤਲਬ ਸੈਟਲਡ ਹੈ ਉਹ, ਠੀਕ ਹੈ, ਫਿਕਸ ਥੋੜੀ ਨਾ, ਸੈਟਲਡ ਹੈ। ਸੋ ਇਹਦਾ ਆਨਸਰ ਆਏਗਾ ਸੈਟਲ, ਤੁਸੀਂ ਸੈਟਲ ਲਿਖ ਦੇਣਾ ਹੈ, ਓਕੇ, ਸੈਟਲਡ। ਸੋ ਬੀ ਹੈਗਾ ਬੱਚੇ, ਯੂਜ਼ ਦਾ ਬੁੱਕ ਐਜ਼ ਅ ਨਾਊਨ ਐਂਡ ਐਜ਼ ਅ ਵਰਬ, ਇਹ ਬਹੁਤ ਵਾਰੀ ਆਇਆ ਹੈ ਨਾ। ਸੋ ਬੱਚੇ ਦੇਖੋ ਐਜ਼ ਅ ਨਾਊਨ ਤੁਸੀਂ ਕੀ ਲਿਖਣਾ ਹੈ, ਐਜ਼ ਅ ਨਾਊਨ ਲਿਖਣਾ ਸ਼ੀ, ਮਤਲਬ ਕਿ ਨਾਊਨ ਮਤਲਬ ਹੁੰਦਾ ਕਿਰਿਆ, ਠੀਕ ਹੈ, ਨਾਊਨ ਦੇ ਨਹੀਂ, ਨਾਊਨ ਮਤਲਬ ਹੁੰਦਾ ਹੈ ਵਰਡ ਕੋਈ ਚੀਜ਼, ਠੀਕ ਹੈ, ਐਂਡ ਵਰਬ ਦਾ ਮਤਲਬ ਹੁੰਦਾ ਕਿਰਿਆ। ਸੋ ਐਜ਼ ਅ ਨਾਊਨ ਲਿਖਣਾ ਹੈ ਕਿ ਕੋਈ ਚੀਜ਼ ਮਤਲਬ ਕੋਈ ਬੁੱਕ ਹੈ। ਸੋ ਇਹਦੇ ਵਿੱਚ ਲਿਖੂੰਗਾ ਸ਼ੀ ਓਪਨ ਦ ਬੁੱਕ ਆਫ ਜਨਰਲ ਇੰਗਲਿਸ਼ ਜਾਂ ਸ਼ੀ ਓਪਨ ਅ ਬੁੱਕ ਆਫ ਇੰਗਲਿਸ਼, ਠੀਕ ਹੈ, ਇਹ ਲਿਖ ਸਕਦੇ ਹਾਂ। ਉਸ ਤੋਂ ਬਾਅਦ ਵਿੱਚ ਵਰਬ ਦੇ ਵਿੱਚ ਕੀ ਲਿਖੋਗੇ, ਵਰਬ ਦੇ ਵਿੱਚ ਤੁਸੀਂ ਲਿਖ ਸਕਦੇ ਆ ਵੀ ਬੁੱਕ 2 ਰੇਲਵੇ ਟਿਕਟਸ ਫॉर ਦਿੱਲੀ ਜਾਂ ਚੰਡੀਗੜ੍ਹ, ਕੁਝ ਵੀ ਲਿਖ ਸਕਦੇ ਹਾਂ, ਠੀਕ ਹੈ। ਮਤਲਬ ਬੁੱਕਡ ਮਤਲਬ ਇੱਥੇ ਆਪਾਂ ਵਰਬ ਮਤਲਬ ਬੁੱਕ ਕੀਤਾ ਹੈ, ਉੱਥੇ ਸੀਗਾ ਓਪਨ ਕੀਤਾ, ਓਪਨ ਵਰਬ ਆ ਗਿਆ ਸੀ। ਸੋ ਕੀ ਓਪਨ ਕੀਤਾ ਸੀ, ਬੁੱਕ, ਉਹ ਆਬਜੈਕਟ ਸੀਗਾ, ਠੀਕ ਹੈ। ਸੋ ਇਸ ਤਰ੍ਹਾਂ ਆਪਾਂ ਨਾਊਨ ਐਂਡ ਵਰਬ ਬਣਾਈਦਾ ਹੈ, ਓਕੇ। ਐਂਡ ਬੱਚੋ ਦੇਖੋ ਸੀ ਕੀ ਹੈ ਕਿ ਗਿਵ ਸਿਨੋਨੀਮਸ ਆਫ ਦ ਵਰਡ ਗਲੈਡ ਐਂਡ ਬਰੇਵ, ਇਹਨਾਂ ਦੇ ਤੁਸੀਂ ਮੀਨਿੰਗ ਦੱਸਣੇ ਆ ਇੱਕ ਵਰਡ ਦੇ ਵਿੱਚ। ਸੋ ਬੱਚੇ ਗਲੈਡ ਦਾ ਮਤਲਬ ਕੀ ਹੁੰਦਾ, ਹੈਪੀ ਹੁੰਦਾ ਹੈ, ਠੀਕ ਹੈ। ਸੋ ਬਰੇਵ ਦਾ ਕੀ ਹੁੰਦਾ, ਸਟਰੋਂਗੈਸਟ, ਹੈ ਨਾ, ਬਰੇਵ ਹੋਈ ਹੁੰਦੇ ਨਾ ਬਹਾਦਰ। ਉਸ ਤੋਂ ਬਾਅਦ ਬੱਚੇ ਡੀ ਦੇਖੋ, ਗਿਵ ਐਂਟੋਨਿਮ ਆਫ ਫੋਲੋਇੰਗ ਵਰਡਸ, ਮਤਲਬ ਤੁਸੀਂ ਇਹਨਾਂ ਦੇ ਪੁੱਠੇ ਦੱਸਣੇ ਆ
ਉਲਟ। ਸੋ ਬੱਚੇ ਪਨਿਸ਼ ਦਾ ਕੀ ਹੁੰਦਾ, ਤੁਸੀਂ ਕਿਸੇ ਨੂੰ ਪਨਿਸ਼ ਕਰਦੇ ਹੋ ਤਾਂ ਉਲਟ ਕੀ ਹੋਊਗਾ, ਫੋਰਗਿਵ ਮਤਲਬ ਮਾफ़ ਕਰ ਦੇਣਾ, ਹੈ ਨਾ। ਸੋ ਕਰੂਲ ਹੈ, ਕਰੂਲ ਦਾ ਕੀ ਹੁੰਦਾ ਹੈ, ਕਾइंड। ਕਰੂਲ ਹੁੰਦਾ ਨਿਰਦय, ਠੀਕ ਹੈ, ਤੇ ਕਾइंड ਹੁੰਦਾ ਦਇਆਲੂ, ਠੀਕ ਹੈ। ਸੋ ਇਹਦਾ ਕਾइंड ਆ ਜਾਣਾ ਹੈ। ਉਸ ਤੋਂ ਬਾਅਦ ਬੱਚਿਓ ਗ੍ਰਾਮਰ ਆ ਗਏ, 29 ਨੰਬਰ ਦਾ ਗ੍ਰਾਮਰ ਹੈ ਇਕੱਲਾ, ਠੀਕ ਹੈ। ਸੋ ਚਲੋ ਬਈ ਕਰਦੇ ਹਾਂ ਫਟਾਫਟ। ਇਹਦੇ ਵਿੱਚ ਦੇਖੋ ਬੱਚਿਓ ਸਭ ਤੋਂ ਪਹਿਲਾਂ ਕੀ ਹੈ ਕਿ 7ਵਾਂ ਜਿਹੜਾ ਪ੍ਰਸ਼ਨ ਆ ਰਿਹਾ ਕਿ ਟਰਾਂਸਲੇਟ ਐਨੀ 3, ਇਹਨਾਂ ਵਿੱਚੋਂ ਕੋਈ 3 ਤੁਸੀਂ ਟਰਾਂਸਲੇਟ ਕਰਨਾ ਇਨ ਦ ਇੰਗਲਿਸ਼, ਠੀਕ ਹੈ। ਐਂਡ 3 ਨੰਬਰ ਦਾ ਤੁਹਾਨੂੰ 3 ਨੰਬਰ ਮਿਲ ਜਾਣਗੇ। ਸੋ ਚਲੋ ਵੀ ਆਪਾਂ ਟਰਾਂਸਲੇਟ ਕਰਦੇ ਹਾਂ। ਸਭ ਤੋਂ ਪਹਿਲਾਂ ਤੁਸੀਂ ਗੂਗਲ 'ਤੇ ਵੀ ਸਰਚ ਕਰ ਲਿਓ, ਠੀਕ ਹੈ। ਜੇ ਇੱਥੋਂ ਕੁਛ ਗਲਤ ਲੱਗ ਰਿਹਾ ਸੋ ਗੂਗਲ 'ਤੇ ਸਰਚ ਕਰ ਲਿਓ, ਬਾਕੀ ਮੈਂ ਸਾਰੇ ਗੂਗਲ ਤੋਂ ਹੀ ਲਿਖੇ ਯਾਰ, ਮੈਨੂੰ ਖੁਦ 'ਤੇ ਵੀ ਯਕੀਨ ਹੈ ਨਹੀਂ, ਤਾਂ ਕਰਕੇ ਗੂਗਲ 'ਤੇ ਸਰਚ ਕਰਕੇ ਨਾ ਵੈਰੀਫਾਈ ਕਰਕੇ ਤੁਹਾਨੂੰ ਆਨਸਰ ਦੱਸਦਾ ਹੁੰਦਾ ਹੈ। ਸੋ ਬੱਚੇ ਦੇਖੋ ਫਸਟ ਹੈ ਕਿ ਖੱਬੇ ਹੱਥ ਚੱਲੋ, ਇਹਦਾ ਆਏਗਾ ਵॉक ਲੈਫਟ। ਥਰਡ ਵਨ, ਇਹ ਸੈਕਿੰਡ ਵਨ, ਕੀ ਮੈਂ ਪਾਣੀ ਪੀਤਾ, ਡਿਡ ਆਈ ਡਰਿੰਕ ਵਾਟਰ। ਥਰਡ, ਅਧਿਆਪਕ ਪਾਠ ਨਹੀਂ ਪੜ੍ਹਾ ਚੁੱਕਾ ਸੀ, ਦ ਟੀਚਰ ਹੈਡ ਨਾਟ ਟੌਟ ਦ ਲੈਸਨ, ਦ ਟੀਚਰ ਹੈਡ ਨਾਟ ਟੌਟ ਦ ਲੈਸਨ। ਫੋਰਥ, ਅਸੀਂ ਜਲੰਧਰ ਵਿੱਚ 1998 ਤੋਂ ਨਹੀਂ ਰਹਿ ਰਹੇ ਸੀ, ਇਹਦਾ ਆਨਸਰ ਆਏਗਾ ਵੀ ਹੈਡ ਨਾਟ ਲਿਵਿੰਗ ਇਨ, ਰਹਿ ਰਹੇ ਸੀ, ਹੈ ਨਾ। ਸੋ ਵੀ ਹੈਡ ਨਾਟ ਲਿਵਿੰਗ ਇਨ ਜਲੰਧਰ ਸਿੰਸ 1998, ਓਕੇ। ਐਂਡ ਬੱਚਿਓ ਇਹ ਤੁਸੀਂ ਇੱਕ ਵਾਰੀ ਸਰਚ ਕਰ ਲਿਓ ਗੂਗਲ 'ਤੇ। ਉਸ ਤੋਂ ਬਾਅਦ ਬੱਚਿਓ ਪੰਜਵਾਂ ਹੈ ਅਦਲੇ ਦਾ ਬਦਲਾ, ਰਿਵੈਂਜ ਆਫ ਦ ਐਕਸਚੇਂਜ, ਇਹੀ ਮਿਲਿਆ ਮੈਨੂੰ, ਬਾਕੀ ਕੀ ਹੈ ਪਤਾ ਨਹੀਂ। ਸੋ ਤੁਸੀਂ ਆਹ 3 ਤਾਂ ਪੱਕੇ ਕਰ ਹੀ ਲਓ ਨਾ, ਈਜ਼ੀ ਹੈ ਨਾ, ਕਰ ਲਿਓ, ਠੀਕ ਹੈ। ਉਸ ਤੋਂ ਬਾਅਦ ਬੱਚਿਓ ਦੇਖੋ ਬੀ ਹੈ ਕਿ ਟਰਾਂਸਲੇਟ ਐਨੀ 3 ਆਫ ਫੋਲੋਇੰਗ ਸੈਂਟੈਂਸਸ ਇਨਟੂ ਪੰਜਾਬੀ, ਇਹਨਾਂ ਵਿੱਚੋਂ ਕੋਈ 3 ਦੇ ਤੁਸੀਂ ਪੰਜਾਬੀ 'ਚ ਲਿਖ ਕੇ 3 ਨੰਬਰ ਲੈ ਸਕਦੇ ਹੋ। ਜਿਵੇਂ ਕਿ ਫਸਟ ਹੈ ਕਿ ਵਟ ਡੂ ਯੂ ਕਾਲ ਦਿਸ ਇੰਸਟਰੂਮੈਂਟ। ਸੋ ਬੱਚਿਓ ਇਹਨੂੰ ਗੂਗਲ 'ਤੇ ਜਦੋਂ ਸਰਚ ਮਾਰਿਆ ਤਾਂ ਉੱਥੇ ਕੀ ਆਇਆ, ਤੁਸੀਂ ਇਸ ਸਾਧਨ ਨੂੰ ਕੀ ਕਹਿੰਦੇ ਹੋ। ਸੈਕਿੰਡ ਹੈ ਟਾਈਮ ਐਂਡ ਟਾਈਡਸ ਵੇਟ ਫੋਰ ਨਨ, ਠੀਕ ਹੈ, ਇਹਦਾ ਕੀ ਹੈ, ਸਮਾਂ ਅਤੇ ਲਹਿਰ ਕਿਸੇ ਦੀ ਵੀ ਉਡੀਕ ਨਹੀਂ ਕਰਦੇ। ਤੀਸਰਾ ਹੈ ਕਿ ਆਲ ਮੈਨ ਆਰ ਨਾਟ ਜਸਟ, ਇਹਦੇ ਵਿੱਚ ਇਹਦਾ ਆਏਗਾ ਸਾਰੇ ਆਦਮੀ ਨਿਰਪੱਖ ਨਹੀਂ ਹੁੰਦੇ। ਉਸ ਤੋਂ ਬਾਅਦ ਬੱਚੇ ਚੌਥਾ ਹੈ ਕਿ ਦ ਮੂਨ ਇਜ਼ ਆਫ ਦ ਸੇਮ ਏਜ ਐਜ਼ ਅਰਥ, ਇਹਦਾ ਕੀ ਆਏਗਾ ਕਿ ਚੰਦ ਦੀ ਉਮਰ ਧਰਤੀ ਦੇ ਬਰਾਬਰ ਹੈ। ਐਨ ਬੱਚਿਓ ਤੁਹਾਡਾ ਫੋਰਥ ਇਹਨਾਂ ਵਿੱਚੋਂ ਕਿਹੜਾ ਹੈ, ਇਹ ਵੀ ਫੋਰਥ ਲਿਖਿਆ, ਇਹ ਵੀ ਫੋਰਥ ਲਿਖਿਆ, ਦਿਸ ਇਜ਼ ਫਿਫਥ, ਠੀਕ ਹੈ। ਅਰਜੁਨਾ ਵੈਪਟ ਬਿਟਰਲੀ, ਸੋ ਅਰਜੁਨਾ ਫੂਟ ਫੂਟ ਕੇ ਰੋਇਆ, ਅਰਜੁਨ ਫੂਟ ਫੂਟ ਕੇ ਰੋਇਆ, ਓਕੇ। ਐਨ ਬੱਚਿਓ ਤੁਹਾਡੇ ਹੁਣ 10 ਆ ਗਏ, ਡੂ ਐਜ਼ ਅ ਡਾਇਰੈਕਟ, ਠੀਕ ਹੈ। ਇੱਕ ਨੰਬਰ ਦਾ ਸਾਰੇ ਆ, 10 ਦੇ 10 ਕਰਨੇ ਆਪਾਂ। ਸੋ ਦੇਖੋ ਬੱਚਿਓ ਸਭ ਤੋਂ ਪਹਿਲਾਂ ਹੈਗਾ ਫਿਲ ਇਨ ਦ ਬਲੈਂਕਸ, ਇੰਡੀਆ ਇਜ਼ ਏ ਗ੍ਰੇਟ ਕੰਟਰੀ, ਠੀਕ ਹੈ। ਸੋ ਇਹਦੇ ਵਿੱਚ ਏ ਆਏਗਾ, ਇੰਡੀਆ ਇਜ਼ ਏ ਗ੍ਰੇਟ ਕੰਟਰੀ। ਉਸ ਤੋਂ ਬਾਅਦ ਬੱਚਿਓ ਬੀ ਕੀ ਹੈ, ਬੀ ਦੇਖੋ, ਬੀ ਦੇ ਵਿੱਚ ਫਿਲ ਇਨ ਦ ਬਲੈਂਕਸ ਵਿਦ ਅ ਸੁਟੇਬਲ ਮਾਡਲ, ਕਹਿੰਦੇ ਯੂ ਡੈਸ਼ ਰਿਸਪੈਕਟ ਯੂਅਰ ਐਲਡਰਸ, ਇਹਦੇ ਵਿੱਚ ਬੱਚੇ ਸ਼ੁੱਡ ਆਏਗਾ, ਠੀਕ ਹੈ, ਪਹਿਲੇ ਸ਼ੁੱਡ, ਯੂ ਸ਼ੁੱਡ ਰਿਸਪੈਕਟ ਯੂਅਰ ਐਲਡਰਸ, ਓਕੇ। ਸੋ ਬੱਚੋ ਸੀ ਹੈ ਫਿਲ ਇਨ ਦ ਬਲੈਂਕਸ ਵਿਦ ਸੁਟੇਬਲ ਪ੍ਰੈਪੋਜੀਸ਼ਨਸ, ਸੋ ਇਹਦੇ ਵਿੱਚ ਕੀ ਆਏਗਾ, ਦੇਖੋ ਲੈਟ ਅਸ ਹੋਪ ਡੈਸ਼ ਦ ਬੈਸਟ ਫॉर द बेस्ट, ठीक है। सो ਇਹਦੇ ਵਿੱਚ 4 ਆਏਗਾ, ਗੁੱਡ, ਬਹੁਤ ਵਧੀਆ ਕਰ ਰਹੇ ਹੋ ਤੁਸੀਂ, ਠੀਕ ਹੈ। ਉਸ ਤੋਂ ਬਾਅਦ ਬੱਚੇ ਦੇਖੋ ਡੀ, ਫਿਲਿੰਗ ਦ ਬਲੈਂਕਸ ਵਿਦ ਕਰੈਕਟ ਫਾਰਮ ਆਫ ਨॉन ਇਨਫਿਨਾਈਟ ਵਰਬ ਗਿਵਨ ਇਨ ਦ ਬ੍ਰੈਕਟਸ, ਸੋ ਦੇਖੋ ਬੱਚੇ ਕੀ ਹੈ, ਡੈਸ਼ ਇਜ਼ ਅ ਗੁੱਡ ਐਕਸਰਸਾਈਜ਼, ਸੋ ਬ੍ਰੈਕਟ ਦੇ ਵਿੱਚ ਦੇਖੋ ਵॉक ਲਿਖਿਆ ਨਾ, ਤੁਸੀਂ ਇਹਦੇ ਨਾਲ ING ਲਗਾ ਕੇ ਕੀ ਬਣਾ ਦੇਣਾ, ਵॉकिंग, ਠੀਕ ਹੈ। ਸੋ ਇੱਥੇ ਖਾਲੀ ਥਾਵਾਂ ਵਿੱਚ ਕੀ ਲਿਖਣਾ ਹੈ, ਵॉकिंग ਇਜ਼ ਏ ਗੁੱਡ ਐਕਸਰਸਾਈਜ਼, ਠੀਕ ਹੈ ਬੱਚਿਓ। ਉਸ ਤੋਂ ਬਾਅਦ ਦੇਖੋ ਬੱਚਿਓ ਈ ਹੈਗਾ ਫਿਲ ਇਨ ਦ ਬਲੈਂਕਸ ਵਿਦ ਪਾਸਟ ਇਨਡੈਫੀਨਿਟ ਟੈਂਸ, ਕੀ ਹੈ ਕਿ ਸ਼ੀ
ਡੈਸ਼ ਬ੍ਰੈਕਟ ਦੇ ਵਿੱਚ ਦੇਖੋ ਪੇਂਟ ਲਿਖਿਆ ਨਾ, ਇਹ ਪਿਕਚਰ ਤੁਸੀਂ ਪੇਂਟ ਨੂੰ ਪੇਂਟਡ ਬਣਾ ਦੇਣਾ, ਯਾਨੀ ਕਿ ਪੇਂਟ ਦੇ ਨਾਲ ed ਲਗਾ ਦੇਣਾ, ਠੀਕ ਹੈ। ਪੇਂਟ ਦਾ ਸੈਕਿੰਡ ਫਾਰਮ ਆਉਣਾ ਹੈ ਪਾਸਟ ਇੰਡੈਫਿਨਿਟ ਟੈਂਸ ਦੇ ਵਿੱਚ, ਸੋ ਪੇਂਟਡ ਬਣਾ ਕੇ ਲਿਖ ਦੇਣਾ। ਓਕੇ ਗੁੱਡ, ed ਲਗਾਉਣਾ ਯਾਦ ਰੱਖਿਓ। ਉਸ ਤੋਂ ਬਾਅਦ ਬੱਚੇ f ਫਿਲ ਇਨ ਦ ਬਲੈਂਕਸ ਵਿਦ ਸਟੇਬਲ ਕੰਜੰਕਸ਼ਨਸ। ਸੋ ਦੇਖੋ ਬੱਚੇ ਸੋਨੂ ਇਜ਼ ਕੋਵਰਡ ਬਟ ਹਿਜ਼ ਬ੍ਰਦਰ ਇਜ਼ ਬਰੇਵ, ਠੀਕ ਹੈ। ਸੋ ਬਟ ਆਏਗਾ ਇਹਦੇ ਵਿੱਚ, ਬਾਕੀ ਇੱਕ ਵਾਰੀ ਦੇਖ ਲਿਓ ਬੱਚੇ। ਬਾਕੀ ਕੋਈ ਵੀ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਇੱਕ ਵਾਰੀ ਗੂਗਲ 'ਤੇ ਜ਼ਰੂਰ ਸਰਚ ਕਰ ਲਿਓ, ਫਿਰ ਵੀ ਨਹੀਂ ਪਤਾ ਲੱਗ ਰਿਹਾ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਕੁਐਸਚਨ ਮੈਂਸ਼ਨ ਕਰ ਦਿਓ ਕਿ ਇਹ ਵਾਲਾ ਨਹੀਂ ਪਤਾ ਲੱਗਾ, ਦੁਬਾਰਾ ਦੱਸ ਦਿਓ, ਠੀਕ ਹੈ। ਸੋ ਹਾਲੇ ਤੱਕ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਓ ਐਂਡ ਲਾਈਕ ਜ਼ਰੂਰ ਕਰ ਦਿਓ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰ ਦਿਓ। ਓਕੇ ਸੋ ਨੈਕਸਟ ਦੇਖੋ ਬੱਚੋ, ਜੀ ਕੀ ਹੈਗਾ, ਹੀ ਲੋਸਟ ਦ ਬੁੱਕ ਦੈਟ ਆਈ ਹੈਡ ਗਿਵਨ ਹਿਮ, ਠੀਕ ਹੈ। ਸੋ ਇਹਦੇ ਵਿੱਚ ਬੱਚੋਂ ਆ ਜਿਹੜੀ ਲਾਈਨ ਲਿਖੀ ਹੈ, ਕਹਿੰਦੇ ਕਿ ਪਿਕ ਆਊਟ ਸਬੋਰਡੀਨੇਟ ਕਲਾਉਜ਼, ਠੀਕ ਹੈ, ਐਂਡ ਨੇਮ ਇਟ। ਸਬੋਰਡੀਨੇਟ ਕਲਾਉਜ਼ ਨੂੰ ਪਿਕ ਕਰਨਾ ਹੈ ਐਂਡ ਉਹਦਾ ਨਾਮ ਲਿਖਣਾ ਹੈ, ਠੀਕ ਹੈ। ਸੋ ਬੱਚੋ ਇਹਦੇ ਵਿੱਚ ਕੀ ਹੈ ਕਿ ਦੇਖੋ ਇਹਦੇ ਵਿੱਚ ਨਾ ਸਬੋਰਡੀਨੇਟ ਕਲਾਉਜ਼ ਜਿਹੜਾ ਹੈ ਉਹ ਇੱਥੋਂ ਸਟਾਰਟ ਹੁੰਦਾ ਹੈ, ਵਿੱਚ ਤੋਂ, ਵਿੱਚ ਤਾਂ ਹੈ ਨਹੀਂ, ਦੈਟ ਤੋਂ ਕਰ ਲਓ, ਠੀਕ ਹੈ। ਦੈਟ ਆਈ ਹੈਡ ਗਿਵਨ ਹਿਮ, ਇਹ ਸਬੋਰਡੀਨੇਟ ਕਲਾਉਜ਼ ਹੈ, ਠੀਕ ਹੈ। ਐਂਡ ਨੇਮ ਇਟ ਹੀ ਲੋਸਟ ਦ ਬੁੱਕ, ਇਹ ਹੈਗਾ ਪ੍ਰਿੰਸੀਪਲ ਕਲਾਉਜ਼, ਠੀਕ ਹੈ। ਹੀ ਲੋਸਟ ਦ ਬੁੱਕ ਪ੍ਰਿੰਸੀਪਲ ਕਲਾਉਜ਼ਡ ਐਂਡ ਦੈਟ ਆਈ ਹੈਡ ਗਿਵਨ ਇਹ ਸਬੋਰਡੀਨੇਟ ਕਲਾਉਜ਼ ਹੈ, ਠੀਕ ਹੈ, ਲਿਖ ਦਿਓ। ਓਕੇ ਐਂਡ ਬੱਚੋ ਤੁਹਾਡਾ ਜਿਹੜਾ ਕਹਿੰਦਾ ਐਚ ਜਿਹੜਾ ਹੈ ਚੇਂਜ ਦਾ ਵੋਇਸ। ਸੋ ਫਸਟ ਹੈ ਬੱਚੇ ਕਿ ਕੋਲੰਬਸ ਡਿਸਕਵਰਡ ਅਮੈਰੀਕਾ, ਠੀਕ ਹੈ। ਸੋ ਪਿੱਛੋਂ ਸਟਾਰਟ ਕਰਨਾ ਹੈ, ਇਹਦਾ ਆਂਸਰ ਕੀ ਆਏਗਾ, ਅਮੈਰੀਕਾ ਵਾਜ਼ ਡਿਸਕਵਰ ਬਾय ਕੋਲੰਬਸ, ਠੀਕ ਹੈ, ਜੋ ਪਹਿਲਾਂ ਸੀ ਜੋ ਪਿੱਛੇ ਸੀ ਪਹਿਲਾਂ, ਠੀਕ ਹੈ। ਉਸ ਤੋਂ ਬਾਅਦ ਬੱਚੇ ਦੇਖੋ ਸੈਕਿੰਡ ਹੈ ਕਿ ਸੀਤਾ ਰਾਈਟਸ ਏ ਲੈਟਰ। ਸੋ ਇਹਦੇ ਵਿੱਚ ਪਿੱਛੋਂ ਸ਼ੁਰੂ ਕਰੋ, ਏ ਲੈਟਰਸ, ਠੀਕ ਹੈ, is written by ਸੀਤਾ। ਐਂਡ ਬੱਚੋ ਸਾਡਾ ਜਿਹੜਾ 9ਵਾਂ ਆਪਰੇਸ਼ਨ ਹੈ ਕਿ ਰਾਈਟ ਐਨ ਈਮੇਲ ਟੂ ਯੂਰ ਬੈਸਟ ਫਰੈਂਡ ਕੰਗ੍ਰੈਚੁਲੇਟ ਹਿਮ ਔਨ ਹਿਜ਼ ਇੰਗੇਜਮੈਂਟ। ਲੈ ਵੀ ਤੁਸੀਂ ਹਲੇ ਹੈਗੇ 9ਵੀਂ ਜਮਾਤ ਵਿੱਚ ਅਤੇ ਤੁਹਾਡੇ ਫਰੈਂਡ ਨੇ ਇੰਗੇਜਮੈਂਟ ਵੀ ਕਰ ਲਿਆ, ਵਾਹ, ਥੋੜ੍ਹਾ ਸੈਂਸ ਤਾਂ ਬਣਾਓ ਹੈ ਨਾ, ਕਿਹੜੇ ਬੱਚਿਆਂ ਨੂੰ ਕਿਹੜਾ ਲੈਟਰ ਲਿਖਣ ਨੂੰ ਕਹਿ ਰਹੇ ਹੋ। ਸੋ ਚਲੋ ਕੋਈ ਚੱਕਰ ਨਹੀਂ, ਆਪਣਾ ਲਿਖਣਾ ਤਾਂ ਪੈਣਾ ਹੀ ਹੈ, ਚਲੋ ਲਿਖਦੇ ਹਾਂ, ਠੀਕ ਹੈ। ਆਪਣੇ ਫਰੈਂਡ ਨੂੰ ਇੰਗੇਜਮੈਂਟ ਦਾ ਕੰਗ੍ਰੈਚੁਲੇਟ ਕਰਨਾ ਉਹਨਾਂ ਨੂੰ, ਠੀਕ ਹੈ। 3 ਨੰਬਰ ਦਾ ਬੱਚਿਓ, ਕੰਗ੍ਰੈਚੁਲੇਸ਼ਨ ਔਨ ਇੰਗੇਜਮੈਂਟ, ਤੁਹਾਡੇ ਫਰੈਂਡ ਨੂੰ ਤੁਸੀਂ ਦੱਸਣਾ ਹੈ, ਠੀਕ ਹੈ, ਕਿ ਬਹੁਤ ਲਾਹਨਤਾਂ ਤੇਰੇ 'ਤੇ, ਤੂੰ ਵਿਆਹ ਇੰਗੇਜਮੈਂਟ ਕਰਾ ਲਿਆ, ਠੀਕ ਹੈ। ਸੋ ਦੇਖੋ ਬੱਚੇ ਇੱਕ ਫੋਰਮੈਟ ਵਿੱਚ ਲਿਖਣਾ ਹੈ, ਕਿੱਦਾਂ ਲਿਖਣਾ ਹੈ, ਜਿਵੇਂ ਕਿ ਤੁਸੀਂ ਨਾ ਆਪਣਾ ਜੀਮੇਲ ਫੋਨ ਦੇ ਵਿੱਚ ਦੇਖੋ ਜੀਮੇਲ ਹੋਣਾ, ਉੱਥੇ ਤੁਸੀਂ ਕੱਢ ਕੇ ਦੇਖ ਸਕਦੇ ਹੋ। ਸਭ ਤੋਂ ਪਹਿਲਾਂ ਨਾ ਆਪਸ਼ਨ ਹੁੰਦਾ ਫਰੋਮ, ਠੀਕ ਹੈ। ਫਰੋਮ ਦੇ ਵਿੱਚ ਤੁਸੀਂ gill@gmail.com ਲਿਖ ਸਕਦੇ ਆ, ਠੀਕ ਹੈ, ਆਪਣਾ ਲਿਖ ਦਿਓ, ਕਿਉਂਕਿ ਫਰੋਮ ਦੇ ਵਿੱਚ ਤੁਸੀਂ ਭੇਜ ਰਹੇ ਆ ਤਾਂ ਤੁਹਾਡਾ ਨਾਮ ਆਏਗਾ ਇਹਦੇ ਵਿੱਚ। ਓਕੇ ਉਸ ਤੋਂ ਬਾਅਦ ਬੱਚੇ ਟੂ, ਮਤਲਬ ਕਿਹਨੂੰ ਭੇਜਣਾ ਹੁੰਦਾ, ਤੁਸੀਂ ਸਿੱਧਾ ਕਾਲਮ ਬਣਾ ਦੇਣਾ ਪਹਿਲਾਂ, ਕੁਛ ਵੀ ਲਿਖਣ ਤੋਂ ਪਹਿਲਾਂ ਇਹਦੇ ਵਿੱਚ ਆਪਣੇ ਫਰੈਂਡ ਦਾ ਨਾਮ @gmail.com ਜਾਂ yahoo.mail.com ਲਿਖ ਸਕਦੇ ਹਾਂ, gmail.com ਵੀ ਲਿਖ ਸਕਦੇ ਹਾਂ, ਠੀਕ ਹੈ, ਲਿਖ ਦਿਓ ਇੱਥੇ। ਉਸ ਤੋਂ ਬਾਅਦ ਬੱਚੇ ਥਰਡ ਜਿਹੜਾ ਕਾਲਮ ਬਣਾਉਣਾ ਉਹ ਸਬਜੈਕਟ ਦਾ ਬਣਾਉਣਾ, ਬਸ ਕੰਗ੍ਰੈਚੁਲੇਸ਼ਨ ਜੋ ਉਹਨਾਂ ਨੇ ਲਿਖਿਆ ਹੋਇਆ ਨਾ, ਕੰਗ੍ਰੈਚੁਲੇਸ਼ਨ ਆਫ ਇੰਗੇਜਮੈਂਟ, ਇਹੀ ਲਿਖ ਦਿਓ, ਠੀਕ ਹੈ। ਐਂਡ ਵਿੱਚੋਂ ਨੈਕਸਟ ਕਾਲਮ ਬਣਾਉਣਾ, ਮਤਲਬ ਤੁਹਾਡੀ ਬਾਕਸ ਬਣਾਉਣਾ ਮੈਸੇਜ ਦਾ। ਮੈਸੇਜ ਤੁਸੀਂ ਕੀ ਲਿਖਣਾ ਆ, ਠੀਕ ਹੈ, ਕਹਿੰਦੇ ਹੈਲੋ ਅਲੋਕ, ਠੀਕ ਹੈ, ਜਾਂ ਆਪਣੇ ਫਰੈਂਡ ਦਾ ਨਾਮ ਲਿਖ ਦਿਓ। ਕਹਿੰਦੇ ਆਈ ਹੈਵ ਲਰਨ ਦੈਟ ਯੂ ਆਰ ਇੰਗੇਜਡ, ਠੀਕ ਹੈ, ਕੰਗ੍ਰੈਚੁਲੇਸ਼ਨਸ। ਵੂ ਇਜ਼ ਲੱਕੀ ਗਰਲ, ਕੌਣ ਹੈ ਜਿਹਦੀ ਕਿਸਮਤ ਫੁੱਟੀ ਹੈ, ਠੀਕ ਹੈ। ਵੇਅਰ ਡਜ਼ ਸ਼ੀ ਲਿਵ ਐਂਡ ਵਟ ਡਜ਼ ਸ਼ੀ ਡੂ, ਲੈਟ ਮੀ ਨੋ, ਠੀਕ ਹੈ। ਵੈਨ ਯੂ ਆਰ ਗੈਟਿੰਗ ਮੈਰਿਡ, ਵਾਹ ਬੇਟੇ, ਆਪਣੇ ਫਰੈਂਡ ਨੂੰ ਤੁਸੀਂ ਇੰਗੇਜਮੈਂਟ ਦੀਆਂ ਇੱਦਾਂ ਕੋਈ ਦਿੰਦਾ ਹੈ। ਅਤੇ ਦੂਸਰੀ ਗੱਲ ਕਹਿੰਦਾ ਵੂ ਇਜ਼ ਲੱਕੀ ਗਰਲ, ਉਹਨੂੰ ਪਤਾ ਵੀ ਨਹੀਂ ਕੁੜੀ ਕੌਣ ਹੈ, ਤਾਂ ਉਹ ਇੰਗੇਜਮੈਂਟ ਕਰਾ ਲਿਆ ਤੁਹਾਡੇ ਫਰੈਂਡ ਨੇ, ਤੁਸੀਂ ਇੱਦਾਂ ਦਾ ਮੈਸੇਜ ਕਰੋਗੇ ਉਹਨੂੰ, ਜਿਹੜਾ ਕਮੈਂਟ ਕਰਕੇ ਦੱਸਿਓ ਕਿੱਦਾਂ ਦਾ ਮੈਸੇਜ ਕਰੋਗੇ ਆਪਣੇ ਫਰੈਂਡ ਨੂੰ, ਠੀਕ ਹੈ। ਉਸ ਤੋਂ ਬਾਅਦ ਬੱਚੇ ਇੱਕ ਬਾਕਸ ਇਹਨਾਂ ਨੇ ਨਹੀਂ ਬਣਾਇਆ, ਤੁਸੀਂ ਇੱਕ ਬਾਕਸ ਇੱਥੇ ਜ਼ਰੂਰ ਬਣਾ ਦੇਣਾ, ਇੱਥੇ ਸੈਂਡ ਦਾ ਆਪਸ਼ਨ, ਠੀਕ ਹੈ, ਸੈਂਡ ਲਿਖ ਕੇ ਬਾਕਸ ਬਣਾ ਦੇਣਾ, ਠੀਕ ਹੈ। ਉਸ ਤੋਂ ਬਾਅਦ ਦੇਖੋ ਇਹਦਾ ਹੀ ਔਰ ਪਾਰਟ ਹੈ ਕਿ ਤੁਸੀਂ ਨਾ ਇਸ ਪੈਰੇ ਨੂੰ ਪੜ੍ਹ ਕੇ, ਆ ਜਿਹੜਾ ਪੈਰਾ ਦਿੱਤਾ ਹੋਇਆ ਇੱਕ ਨੋਟ ਬਣਾਉਣਾ ਹੈ। ਨੋਟ ਕਿਸ ਚੀਜ਼ 'ਤੇ ਬਣਾਉਣਾ, ਦੇਖੋ
ਨੋਟ ਦਾ ਟੋਪਿਕ ਹੈ ਪਹਿਲਾ ਕਿ ਹਾਊ ਇਟਸ ਲੁੱਕ, ਅਮਰੀਕਨ ਜਿਹੜਾ ਰਾਈਸ ਹੈ ਉਹ ਕਿੱਦਾਂ ਦਾ ਦਿਖਦਾ ਹੈ। ਐਂਡ ਬੀ ਹੈ ਹਾਊ ਇਟਸ ਪ੍ਰੋਸੈਸਡ, ਠੀਕ ਹੈ, ਇਹਨੂੰ ਕਿੱਦਾਂ ਬਣਾਇਆ ਜਾਂਦਾ ਜੋ ਵੀ ਹੈ। ਸੋ ਇਹਨੂੰ ਇੱਕ ਵਾਰੀ ਰੀਡ ਕਰਕੇ ਤੁਸੀਂ ਦੋਨੋਂ ਚੀਜ਼ਾਂ ਦੇ ਨੋਟਸ ਤੁਸੀਂ ਬਣਾ ਸਕਦੇ ਇੱਥੋਂ ਆਰਾਮ ਨਾਲ, ਯਾਰ ਚੇਪਣੀ ਆਹੀ ਲਾਈਨ ਕਾਪੀ ਕਰਨਾ ਜਸਟ, ਠੀਕ ਹੈ। ਦੇਖੋ ਪ੍ਰੋਸੈਸ ਐਂਡ ਲੁੱਕ ਬਾਰੇ ਸਾਰਾ ਕੁਝ ਲਿਖਿਆ ਹੋਇਆ ਕਿ ਕਿੱਦਾਂ ਦਾ ਮੀਡੀਅਮ ਹੈ, ਸ਼ਾਰਟ ਹੈ, ਕੀ ਹੈ, ਠੀਕ ਹੈ, ਸਾਰਾ ਲਿਖਿਆ ਹੋਇਆ ਨਾ। ਓਕੇ, ਯੂ ਕੈਨ ਡੂ ਇਟ। ਸੋ ਐਂਡ ਬੱਚਿਓ ਤੁਹਾਡਾ ਤੁਹਾਡਾ ਸਟਾਰਟ ਹੋ ਰਿਹਾ ਹੈ। ਇੱਥੇ ਹੈਗਾ ਕਿ ਰਾਈਟ ਐਨ ਪੈਰਾਗ੍ਰਾਫ ਔਨ ਵਨ ਟੋਪਿਕ। ਸੋ 2 ਟੋਪਿਕ ਤੁਹਾਨੂੰ ਦਿੱਤੇ ਹੋਏ ਆ, ਗੋਲਡਨ ਟੈਂਪਲ ਐਂਡ ਲੋਹੜੀ ਫੈਸਟੀਵਲ, ਠੀਕ ਹੈ, 4 ਨੰਬਰ ਦਾ ਹੈ। ਸੋ ਪਲੀਜ਼ ਇਹ ਵਾਲਾ ਟੋਪਿਕ ਤਾਂ ਤੁਸੀਂ ਖੁਦ ਕਰ ਹੀ ਲਿਓ, ਠੀਕ ਹੈ। ਗੋਲਡਨ ਟੈਂਪਲ ਜਾਂ ਲੋਹੜੀ ਕੋਈ ਵੀ ਹੈ, ਇੱਕ ਵਾਰੀ ਗੂਗਲ 'ਤੇ ਸਰਚ ਕਰ ਲਿਓ ਯਾਰ, ChatGPT ਯੂਜ਼ ਕਰ ਲਓ ਥੋੜ੍ਹਾ ਜਿਹਾ, ਤੁਹਾਨੂੰ ਮਿਲ ਜਾਣਾ ਟੋਪਿਕ, ਲਿਖ ਕੇ ਆ ਜਿਓ, ਠੀਕ ਹੈ। ਕੁਛ ਵੀ ਆਪਣੇ ਵੱਲੋਂ ਵੀ ਚੇਪ ਸਕਦੇ ਹਾਂ। ਉਸ ਤੋਂ ਬਾਅਦ ਬੱਚਿਓ ਫਾਈਨਲੀ ਤੁਹਾਡਾ ਜਿਹੜਾ ਲਾਸਟ ਹੈ ਸੀ ਕਿ ਰਾਈਟ ਐਨ ਐਪਲੀਕੇਸ਼ਨ ਟੂ ਯਰ ਹੈਡ ਮਾਸਟਰ, ਠੀਕ ਹੈ। ਹੈਡ ਮਾਸਟਰ ਨੂੰ ਲਿਖਣਾ ਹੈ ਆਸਕਿੰਗ ਫੋਰ ਏ ਟ੍ਰਾਂਸਫਰ ਸਰਟੀਫਿਕੇਟ, ਸਟੇਟ ਰੀਜ਼ਨ ਵਾਈ ਯੂ ਨੀਡ ਦ ਸਰਟੀਫਿਕੇਟ, ਠੀਕ ਹੈ। ਓਬਵੀਅਸ ਹੈ ਤੁਹਾਡਾ ਟ੍ਰਾਂਸਫਰ ਹੋ ਰਿਹਾ ਤਾਂ ਤੁਹਾਨੂੰ ਟ੍ਰਾਂਸਫਰ ਸਰਟੀਫਿਕੇਟ ਚਾਹੀਦਾ ਹੈ। ਸੋ ਇਹ ਲੈਟਰ ਲਿਖਣਾ ਆਪਣੇ ਹੈਡ ਮਾਸਟਰ ਨੂੰ, ਠੀਕ ਹੈ। 6 ਨੰਬਰ ਦਾ ਹੈ, ਵੈਰੀ ਇੰਪੋਰਟੈਂਟ। ਔਰ ਜਾਂ ਤੁਸੀਂ ਲੈਟਰ ਲਿਖਣਾ ਹੈ ਰਾਈਟ ਏ ਲੈਟਰ ਟੂ MS ਪਿਆਰੇ ਲਾਲ ਐਂਡ ਸੰਸ ਫॉर ਆਰਡਰਿੰਗ ਸਟੇਸ਼ਨਰੀ ਆਈਟਮ, ਠੀਕ ਹੈ। MS ਪਿਆਰੇ ਲਾਲ ਸੰਸ ਇੱਕ ਸਟੇਸ਼ਨਰੀ ਦਾ ਦੁਕਾਨ ਦਾ ਨਾਮ ਹੈ। ਇਹਨਾਂ ਨੂੰ ਤੁਸੀਂ ਸਟੇਸ਼ਨਰੀ ਮੰਗਾਉਣ ਲਈ ਪੱਤਰ ਲਿਖਣੇ ਹੈ, ਠੀਕ ਹੈ। ਦੋਨਾਂ ਵਿੱਚ ਚੈੱਕ ਕਰ ਲਿਓ। ਸੋ ਦੇਖੋ ਬੱਚੇ ਤੁਸੀਂ ਐਪਲੀਕੇਸ਼ਨ ਕਿੱਦਾਂ ਲਿਖਣਾ ਹੈ। ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੀ ਆਪਾਂ ਕਿੱਦਾਂ ਸਟਾਰਟ ਕਰੀਦੇ ਆ, ਹੈਡ ਮਾਸਟਰ, ਠੀਕ ਹੈ। ਜੇ ਪ੍ਰਿੰਸੀਪਲ ਲਿਖ ਦੇਣਾ ਤੁਸੀਂ, ਆਪਣੇ ਸਕੂਲ ਦਾ ਨਾਮ, ਡੇਟ ਪਾ ਕੇ ਇੱਥੇ ਸਬਜੈਕਟ ਲਿਖ ਦਿਓ ਟ੍ਰਾਂਸਫਰ ਸਰਟੀਫਿਕੇਟ, ਠੀਕ ਹੈ। ਵਾਹ। ਉਸ ਤੋਂ ਬਾਅਦ ਬੱਚੇ ਤੁਸੀਂ ਲਿਖਣਾ ਸਰ I am student of 9th class in your school. My father has been transferred to ਸੰਗਰੂਰ, ਠੀਕ ਹੈ। ਤੁਸੀਂ ਕੁਝ ਵੀ ਲਿਖ ਸਕਦੇ ਇੱਥੇ ਕਿੱਥੇ ਟ੍ਰਾਂਸਫਰ ਹੋ ਗਿਆ ਹੈ। ਅੱਗੇ ਲਿਖਣਾ ਕਿ we are moving there next week, ਮੈਂ ਨੈਕਸਟ ਵੀਕ ਜਾ ਰਿਹਾ ਉੱਥੇ। So I cannot continue my study here, ਮੈਂ ਆਪਣੀ ਸਟੱਡੀ ਇੱਥੇ ਕੰਟੀਨਿਊ ਨਹੀਂ ਕਰ ਸਕਦਾ ਹਾਂ, ਠੀਕ ਹੈ। So kindly issue me a transfer certificate, ਕਿਰਪਾ ਕਰਕੇ ਮੈਨੂੰ ਮੇਰਾ ਸਰਟੀਫਿਕੇਟ ਦਿਓ। I shall get admission there at ਸੰਗਰੂਰ, ਮੈਂ ਉੱਥੇ ਐਡਮਿਸ਼ਨ ਲੈਣਾ ਹੈ, ਠੀਕ ਹੈ, ਸੰਗਰੂਰ ਦੇ ਵਿੱਚ। ਸੋ I shall be thankful to you, ਠੀਕ ਹੈ, ਮੈਂ ਤੁਹਾਡਾ ਬਹੁਤ ਧੰਨਵਾਦੀ ਹੋਵਾਂਗਾ। ਸੋ ਬੱਚੋ ਅੱਗੇ ਤੁਸੀਂ ਪਤਾ ਹੀ ਹੈ ਯੂਰ ਓਬੀਡੈਂਟਲੀ ਆਪਣਾ ਨਾਮ, ਰੋਲ ਨੰਬਰ, ਕਲਾਸ ਲਿਖ ਦੇਣਾ ਹੈ। ਓਕੇ ਗੁੱਡ। ਇਸ ਦੇ ਨਾਲ ਹੀ ਬੱਚੇ ਜਾਂ ਤੁਸੀਂ ਆਹ ਵਾਲਾ ਲਿਖ ਸਕਦੇ ਹੋ, ਤੁਸੀਂ ਸਟੇਸ਼ਨਰੀ ਦਾ ਆਰਡਰ ਕਰਾਉਣਾ ਹੈ। ਸੋ ਦੇਖੋ ਕਿੱਦਾਂ ਆਰਡਰ ਕਰਾ ਸਕਦੇ ਹਾਂ। ਸਭ ਤੋਂ ਪਹਿਲਾਂ ਲਿਖਣਾ ਬੱਚੇ ਕਿ ਆਰਡਰਿੰਗ ਸਟੇਸ਼ਨਰੀ ਆਈਟਮਸ, ਠੀਕ ਹੈ। ਸਭ ਤੋਂ ਪਹਿਲਾਂ ਤੁਸੀਂ ਇੱਥੇ ਐਡਰੈਸ ਲਿਖ ਦੇਣਾ, ਕਿਹਦਾ ਐਡਰੈਸ, ਆਪਣਾ ਐਡਰੈਸ ਲਿਖ ਦੇਣਾ ਜਿੱਥੇ ਵੀ ਤੁਸੀਂ ਰਹਿ ਰਹੇ ਹੋ, ਗਾਂਧੀ ਨਗਰ, ਜਲੰਧਰ, ਡੇਟ ਪਾ ਕੇ। ਉਸ ਤੋਂ ਬਾਅਦ ਅੱਗੇ ਲਿਖ ਦੇਣਾ ਹੈ, ਦੇਖੋ ਕੀ ਲਿਖਿਆ ਹੈ, ਬੁੱਕ ਡਿਪੂ ਨੂੰ ਲਿਖਣਾ ਦ ਮੈਨੇਜਰ, ਠੀਕ ਹੈ। ਸੋ ਸੁੰਦਰ ਪਿਆਰੇ ਲਾਲ ਐਂਡ ਸੰਸ ਕੰਪਨੀ, ਲੁਧਿਆਣਾ ਜਾਂ ਜਲੰਧਰ। ਉਸ ਤੋਂ ਬਾਅਦ ਸਬਜੈਕਟ ਜ਼ਰੂਰ ਲਿਖ ਦੇਣਾ ਆਰਡਰ ਸਟੇਸ਼ਨਰੀ ਆਈਟਮਸ। ਉਸ ਤੋਂ ਬਾਅਦ ਸੇਮ ਫਿਰ ਲਿਖਣਾ ਬੱਚਿਓ ਕਿ ਸਰ ਕਾਈਂਡਲੀ ਸੈਂਡ ਦਿਸ ਸਟੇਸ਼ਨਰੀ ਆਈਟਮਸ ਪਰ VPP ਐਟ ਯੂਅਰ ਅਰਲੀਐਸਟ, ਠੀਕ ਹੈ। ਸੋ ਦੇਖੋ ਬੱਚਿਓ ਤੁਸੀਂ ਲਿਖ ਦੇਣਾ ਕੀ ਚਾਹੀਦਾ ਸਾਨੂੰ, ਪੈਨਸਲ ਚਾਹੀਦੇ ਆ 20 ਬਾਕਸਿਸ ਆ, ਠੀਕ ਹੈ। ਦੂਸਰਾ ਕੀ ਹੈ, ਇੰਕ ਬਲੂ ਪੈਨਸ ਚਾਹੀਦੇ ਆ 10 ਪੈਕੇਟਸ। ਉਸ ਤੋਂ ਬਾਅਦ ਇੰਕ ਰੈੱਡ ਪੈਨ ਚਾਹੀਦੇ 10 ਪੈਕੇਟ। ਉਹ ਤੋਂ ਪੇਪਰ ਸ਼ੀਟ ਚਾਹੀਦਾ 1 ਰਿਮ। ਉਸ ਤੋਂ ਬਾਅਦ ਮੈਪ ਆਫ ਇੰਡੀਆ ਚਾਹੀਦਾ 100 ਮੈਪ ਚਾਹੀਦਾ, ਠੀਕ ਹੈ। ਐਂਡ ਅੱਗੇ ਲਿਖ ਦੇਣਾ ਕਿ ਆਈ ਐਮ ਸੈਂਡਿੰਗ ਯੂ ਏ ਚੈੱਕ ਆਫ 2000 ਇਨ ਐਡਵਾਂਸ, ਯੂ ਆਰ ਸਿੰਸੀਅਰਲੀ, ਆਪਣਾ ਨਾਮ ਲਿਖ ਦਿਓ, ਠੀਕ ਹੈ। ਸੋ ਗॉट ਇਟ। ਸੋ ਬੱਚੇ ਬਹੁਤ ਈਜ਼ੀ ਆ, ਦੋਨੋਂ ਤੁਸੀਂ ਦੇਖ ਸਕਦੇ ਹੋ, ਇੱਕ ਵਾਰੀ ਸਟੋਪ ਕਰਕੇ ਜ਼ਰੂਰ ਦੇਖ ਲਓ ਇਹਨੂੰ। ਓਕੇ ਉਸ ਤੋਂ ਬਾਅਦ ਬੱਚਿਓ ਫਾਈਨਲੀ 10ਵਾਂ ਜਿਹੜਾ ਹੈਗਾ ਤੁਹਾਡਾ ਗੁੱਡ ਹੈਂਡ ਰਾਈਟਿੰਗਸ। 5 ਨੰਬਰ ਤੁਹਾਡੇ ਗੁੱਡ ਹੈਂਡ ਰਾਈਟਿੰਗਸ ਦੇ ਆ। ਸੋ ਵਧੀਆ ਸੋਹਣੀ ਰਾਈਟਿੰਗ ਕਰਕੇ ਆਇਓ। ਬਾਕੀ ਇੱਕ ਗੱਲ ਸਿੰਪਲ ਹੈ ਬੱਚਿਓ, ਜੇ ਤੁਸੀਂ ਪੂਰਾ ਪੇਪਰ ਅਟੈਂਪਟ ਕਰਦੇ ਨਾ ਵਧੀਆ ਨੰਬਰ ਆਉਂਦੇ, ਟੀਚਰ ਖੁਦ ਹੀ ਤੁਹਾਨੂੰ ਗੁੱਡ ਮਾਰਕਸ ਦੇ ਨੰਬਰ ਦੇ ਦਿੰਦੇ ਆ ਗੁੱਡ ਹੈਂਡ ਰਾਈਟਿੰਗਸ ਦੇ, ਠੀਕ ਹੈ। ਸੋ ਪੂਰਾ ਪੇਪਰ ਅਟੈਂਪਟ ਕਰਕੇ ਆਇਓ, ਤੁਹਾਨੂੰ ਹੈਂਡ ਰਾਈਟਿੰਗ ਦੇ ਨੰਬਰ ਮਿਲ ਜਾਣੇ। ਬਾਕੀ ਬੱਚੇ ਕੀਪ ਲਰਨਿੰਗ, ਕੀਪ ਸਮਾਈਲਿੰਗ, ਆਲ ਦਾ ਬੈਸਟ ਫॉर एग्जाम ਐਂਡ ਚੈਨਲ ਸਬਸਕ੍ਰਾਈਬ ਕਰ ਲਓ ਐਂਡ ਕਮੈਂਟ ਕਰ ਦਿਓ ਨੈਕਸਟ ਪੇਪਰ ਲਈ, ਠੀਕ ਹੈ। ਸੋ ਆਲ ਦਾ ਬੈਸਟ।